ਬਚਪਨ ਤੋਂ ਜਦੋਂ ਬੰਦਾ ਪੈਦਾ ਹੁੰਦਾ ਆ ਤੇ ਫਿਰ ਹੌਲੀ-ਹੌਲੀ ਕਿਸੇ ਇੱਕ ਵਿਚਾਰਧਾਰਾ ਦੀ ਕਮਿਊਨਿਟੀ ਦੇ ਵਿੱਚੋਂ ਪੈਦਾ ਹੁੰਦਾ ਆ। ਉਹਦੇ ਇੱਕ ਅਸੂਲ ਹੁੰਦੇ ਆ, ਸਿਧਾਂਤ ਹੁੰਦੇ ਆ ਹਰੇਕ ਧਰਮ ਦੇ। ਧਰਮ ਜਿਹੜਾ ਹੈਗਾ ਵਾ ਉਹਦਾ ਆਧਾਰ ਸੱਚਾਈ ਆ, ਸੱਚ ਹੈ। ਝੂਠ ਹਮੇਸ਼ਾ ਜਿਹੜਾ ਹਾਰਦਾ ਹੈਗਾ, ਚਾਹੇ ਸਮਾਂ ਲੱਗਦਾ ਉਸ ਚੀਜ਼ ਨੂੰ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੰਨਾ ਸਮਾਜਿਕ ਬੁਰਾਈਆਂ ਤੋਂ ਸਾਨੂੰ ਕੱਢਿਆ ਸੀ, ਜਿਹੜੀਆਂ ਉਸ ਸਮੇਂ ਤੇ ਜਿਹੜਾ ਕੋਪਾ ਹਨੇਰ ਪੈਦਾ ਹੋਇਆ ਸੀ, ਵਹਿਮ ਕਰਮ ਕਾਂਡ, ਉਹਨਾਂ ਦਾ ਖੰਡਨ ਕੀਤਾ ਸੀ। ਸਮਾਂ ਪਾ ਕੇ ਉਹ ਪਖੰਡਵਾਦ ਜਿਹੜਾ ਹੈਗਾ ਫੇਰ ਮੁੜ ਕੇ ਪ੍ਰਚੰਡ ਹੋ ਗਿਆ। ਪਖੰਡਵਾਦ ਕਦੇ ਵੀ ਜਿਹੜਾ ਧਰਮ ਦਾ ਹਿੱਸਾ ਨਹੀਂ ਹੈ। ਮਾਰਚ 1849 ਦੇ ਵਿੱਚ ਸਿੱਖ ਰਾਜ ਦਾ ਜਿਹੜਾ ਕੌਮੀ ਝੰਡਾ ਆ ਉਤਰਿਆ ਤੇ ਜਿਹੜਾ ਯੂਨੀਅਨ ਜੈਕ ਸੀਗਾ ਉਹਦਾ ਝੰਡਾ ਚੜਿਆ, ਉਹਦੇ ਨਾਲ ਹੀ ਇਹ ਪ੍ਰਚਾਰ ਸ਼ੁਰੂ ਹੋ ਗਿਆ ਸੀਗਾ। ਹਮੇਸ਼ਾ ਅਲਰਟ ਸੀਗੇ ਇਸ ਗੱਲ ਤੋਂ ਕਿ ਜੇ ਸਿੱਖਾਂ ਨੂੰ ਉਹਨਾਂ ਦੀਆਂ ਜੜ੍ਹਾਂ ਤੋਂ ਨਾ ਤੋੜਿਆ ਗਿਆ ਤੇ ਇਹ ਦੁਬਾਰਾ ਰਾਜ ਭਾਗ ਸਾਡੇ ਕੋਲ ਲੰਬਾ ਸਮਾਂ ਨਹੀਂ ਰਹੇਗਾ। ਕ੍ਰਿਸਚੈਨਿਟੀ ਦਾ ਪ੍ਰਚਾਰ ਜਿਹੜਾ ਇੱਥੋਂ ਉਹਨਾਂ ਨੇ ਸ਼ੁਰੂ ਕੀਤਾ। ਮਹਾਰਾਜਾ ਦਲੀਪ ਸਿੰਘ ਜਿਹੜਾ ਸੀਗਾ ਬਾਲ ਅਵਸਥਾ ਸੀਗਾ ਉਦੋਂ, ਉਹਨੂੰ ਉੱਥੋਂ ਸਾਜ਼ਿਸ਼ ਤਹਿਤ ਮਾਂ ਤੋਂ ਵਿਛੋੜ ਕੇ ਕਲਕੱਤੇ ਲਿਜਾਇਆ ਗਿਆ। ਉੱਥੇ 2 ਸਾਲ ਰੱਖਿਆ ਗਿਆ। ਉਹਦੇ ਆਲੇ ਦੁਆਲੇ ਜਿਹੜਾ ਚਿਗਿਰਦਾ ਸੀਗਾ, ਉਹਦੇ ਜੋ ਵੀ ਲੋਕ ਸੀਗੇ, ਉਹ ਸਾਰੇ ਈਸਾਈ ਮਤ ਨਾਲ ਸੰਬੰਧਿਤ ਰੱਖੇ ਗਏ। ਲੰਬਾ ਸਮਾਂ ਉਸਦੇ ਮੁੜ ਕੇ ਕੇਸ ਕਤਲ ਕਰ ਦਿੱਤੇ ਗਏ। ਈਸਾਈ ਜਿਹੜਾ ਧਰਮ ਸੀਗਾ ਉਹ ਗ੍ਰਹਿਣ ਸਾਜ਼ਿਸ਼ ਤਹਿਤ ਕਰਵਾਇਆ ਗਿਆ। ਜੀ ਅੱਜ ਜੋ ਅਸੀਂ ਇੱਕ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਅੱਗੇ, ਤੇ ਪਹਿਲਾਂ ਵੀ ਸਾਡਾ ਜਿਹੜਾ ਵਿਸ਼ਾ ਚੱਲ ਰਿਹਾ ਵੀ ਜੋ ਪੰਜਾਬ ਦੇ ਵਿੱਚ ਈਸਾਈ ਮਤ ਆਪਣਾ ਪ੍ਰਚਾਰ ਕਰਕੇ, ਲੋਕਾਂ ਨੂੰ ਗੁੰਮਰਾਹ ਕਰਕੇ, ਪਖੰਡਵਾਦ ਦੇ ਵਿੱਚ ਪਾ ਕੇ ਜੋ ਸਿੱਖਾਂ ਨੂੰ ਇੱਕ ਲਾਲਚ ਦੇ ਕੇ ਆਪਣੇ ਧਰਮ ਦੇ ਵਿੱਚ ਧਰਮ ਪਰਿਵਰਤਨ ਕਰਵਾ ਰਹੇ ਨੇ, ਤੇ ਉਹਦੇ ਬਾਰੇ ਅਸੀਂ ਵਿਚਾਰ ਕਰਨੀ ਆ ਵੀ ਕਿਸ ਤਰ੍ਹਾਂ ਜਿਹੜਾ ਈਸਾਈ ਮਤ ਆ ਪੰਜਾਬ ਦੇ ਵਿੱਚ ਫੈਲਦਾ ਜਾ ਰਿਹਾ। ਥੋੜੇ ਸਮੇਂ ਦੇ ਵਿੱਚ, ਇਹਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ, ਪੰਜਾਬ ਦੇ ਵਿੱਚ ਆਪਣੀ ਜਿਹੜੀ ਪ੍ਰਚਾਰ ਨੂੰ ਤੇਜ਼ ਕੀਤਿਆਂ, ਜਿਹਦੇ ਵਿੱਚ ਸਾਡੇ ਜਿਹੜੇ ਸਿੱਖ ਭਾਈਚਾਰਾ ਜ਼ਿਆਦਾਤਰ ਇਹਨਾਂ ਦੀ ਲਪੇਟ ਦੇ ਵਿੱਚ ਆ ਰਿਹਾ। ਤੇ ਸਾਡੇ ਨਾਲ ਸਾਡੇ ਵੱਡੇ ਵੀਰ ਜੀ ਸਰਦਾਰ ਗੁਰਮੁਖ ਸਿੰਘ ਜੀ ਬਾਰੀਆ ਜੁੜੇ ਨੇ, ਤੇ ਆਪਾਂ ਫਤਿਹ ਦੀ ਅਰਜ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਅਸੀਂ ਤੁਹਾਡੇ ਕੋਲੋਂ ਜੋ ਪੰਜਾਬ ਦੇ ਵਿੱਚ ਅੱਜ ਹਾਲਾਤ ਚੱਲ ਰਹੇ ਨੇ ਈਸਾਈ ਧਰਮ ਨੂੰ ਲੈ ਕੇ, ਵੱਖ-ਵੱਖ ਆਪਾਂ YouTube ਤੇ Facebook ਤੇ ਦੇਖ ਰਹੇ ਹਾਂ ਵੀ ਲੋਕਾਂ ਨੂੰ ਕਿਵੇਂ ਭੂਤ ਪ੍ਰੇਤਾਂ ਦੇ ਨਾਂ ਦੇ ਉੱਤੇ, ਜਾਦੂ ਟੂਣਿਆਂ ਦੇ ਨਾਂ ਦੇ ਉੱਤੇ, ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਦੇ ਨਾਂ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਤੇ ਲੋਕ ਵੀ ਉਹਨਾਂ ਵੱਲ ਜੁੜਦੇ ਜਾ ਰਹੇ ਨੇ। ਤੇ ਮੇਰਾ ਅੱਜ ਅਸੀਂ ਤੁਹਾਨੂੰ ਕੋਈ ਸਵਾਲ ਕਰਾਂਗੇ ਤੇ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਦੇਣੇ ਨੇ, ਤਾਂ ਕਿ ਜੋ ਤੁਹਾਡੇ ਜਵਾਬ ਨੇ ਉਹਨਾਂ ਲੋਕਾਂ ਤੱਕ ਪਹੁੰਚਣ ਜਿਹੜੇ ਲੋਕ ਗੁੰਮਰਾਹ ਹੋ ਕੇ ਇਹਨਾਂ ਵੱਲ ਤੁਰੇ ਜਾ ਰਹੇ ਨੇ, ਤੇ ਜਿਹੜੇ ਹੋਰ ਵੀ ਇਸ ਚੀਜ਼ ਦੀ ਤਾਂਘ ਦੇ ਵਿੱਚ ਨੇ ਵੀ ਸ਼ਾਇਦ ਸਾਨੂੰ ਇੱਥੋਂ ਸੁੱਖ ਨਹੀਂ ਮਿਲਿਆ ਜਾਂ ਉੱਥੋਂ ਸੁੱਖ ਨਹੀਂ ਮਿਲਿਆ, ਸਾਡੇ ਉੱਥੋਂ ਰੋਗ ਨਹੀਂ ਠੀਕ ਹੋਏ। ਜਿਨ੍ਹਾਂ ਲੋਕਾਂ ਨੂੰ ਡਾਕਟਰੀ ਇਲਾਜ ਦੀ ਲੋੜ ਆ, ਉਹ ਵੀ ਲੋਕ ਉਹਨਾਂ ਕੋਲ ਭੱਜ ਰਹੇ ਨੇ। ਤੇ ਮੇਰਾ ਪਹਿਲਾ ਸਵਾਲ ਹੈ ਤੁਹਾਡੇ ਅੱਗੇ ਵੀ ਸਾਰੇ ਧਰਮਾਂ ਦਾ ਵੀ ਜੋ ਮੂਲ ਕੀ ਆ। ਜੇ ਆਪਾਂ ਧਰਮ ਦੇਖਦੇ ਹਾਂ, ਵੱਖ-ਵੱਖ ਧਰਮਾਂ ਦੇ ਲੋਕ ਹੈਗੇ ਨੇ, ਪਰ ਜਿਹੜੇ ਲੋਕ ਅੱਜ ਪਖੰਡ ਦਾ ਪਹਿਰਾਵਾ ਪਾ ਕੇ ਈਸਾਈ ਮਤ, ਭੇਖ ਉਹਨਾਂ ਨੇ ਈਸਾਈਆਂ ਦਾ ਲਿਆ, ਤੇ ਤੁਸੀਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋ, ਉੱਥੇ ਇਹ ਕੰਮ ਨਹੀਂ ਹੁੰਦਾ ਜੋ ਪੰਜਾਬ ਦੀ ਧਰਤੀ ਤੇ ਅੱਜ ਹੋ ਰਿਹਾ। ਇਹੋ ਜਿਹੇ ਜਾਦੂ ਟੂਣੇ, ਭੇਖ ਧਾਰਕ ਉੱਥੇ ਵੀ ਪਾਸਟਰ ਹੈਗੇ ਨੇ, ਪਰ ਉੱਥੇ ਇਹੋ ਜਿਹੇ ਕੰਮ ਨਹੀਂ ਕੀਤੇ ਜਾਂਦੇ। ਵੀ ਪਰ ਇਹ ਧਰਮ ਦਾ ਇੱਕ ਪਹਿਰਾਵਾ ਪਾ ਕੇ, ਇੱਕ ਭੇਖ ਧਾਰ ਕੇ ਕਿਉਂ ਪਖੰਡਵਾਦ ਨੂੰ ਕੀਤਾ ਜਾ ਰਿਹਾ ਕਿ ਇਹ ਪਖੰਡਵਾਦ ਤੇ ਭੇਖ ਇੱਕ ਧਰਮ ਦੇ ਨਾਲ ਇਹਨੂੰ ਜੋੜਿਆ ਜਾ ਸਕਦਾ। ਤੇ ਅਸਲ ਦੇ ਵਿੱਚ ਧਾਰਮਿਕ ਬੰਦਾ ਕੌਣ ਹੁੰਦਾ ਆ, ਧਰਮ ਦਾ ਮੂਲ ਕੀ ਹੁੰਦਾ ਆ, ਇਹਦੇ ਬਾਰੇ ਤੁਸੀਂ ਸੰਗਤਾਂ ਨੂੰ ਜਾਣਕਾਰੀ ਦਿਓ। ਰਾਜਵੀਰ ਜੀ, ਜਿਹੜੀ ਸਾਡੀ ਤੁਸ਼ ਬੁੱਧੀ ਹੈਗੀ ਆ ਉਹਦੇ ਮੁਤਾਬਕ ਜਿਹੜਾ ਧਰਮ ਹੈਗਾ ਆ, ਜੇ ਆਪਾਂ ਓਵਰਆਲ ਗੱਲ ਕਰਦੇ ਹਾਂ, ਸਰਵ ਧਰਮ ਦੀ ਗੱਲ ਕਰਦੇ ਹੈਗੇ ਆ, ਭਾਵੇਂ ਕੋਈ ਵੀ ਧਰਮ ਦਾ ਤੁਸੀਂ ਮੂਲ ਲਾਓ, ਜਿੰਨੇ ਵੀ ਪੀਰ ਪੈਗੰਬਰ ਹੋਏ ਆ, ਅਵਤਾਰ ਧਾਰਿਆ ਜਿਨ੍ਹਾਂ ਨੇ ਇੱਥੇ, ਉਹਨਾਂ ਨੇ ਜਿਹੜੀ ਆਪਣੀ ਇੱਕ ਵਿਚਾਰਧਾਰਾ ਮਾਨਵਤਾ ਨੂੰ ਦਿੱਤੀ ਏ। ਜਿਹੜੀ ਵਿਚਾਰਧਾਰਾ ਨੂੰ ਮੰਨਣ ਲੱਗ ਗਿਆ, ਉਸ ਧਰਮ ਦੇ ਵਿੱਚ ਉਹਨੂੰ ਉਹ ਪ੍ਰਚਲਿਤ ਹੋਇਆ, ਉਹ ਧਰਮ ਤੇ ਉਹਦੇ ਨਾਲ ਜੁੜ ਗਿਆ। ਬਚਪਨ ਤੋਂ ਜਦੋਂ ਬੰਦਾ ਪੈਦਾ ਹੁੰਦਾ ਆ ਤੇ ਫਿਰ ਹੌਲੀ-ਹੌਲੀ ਕਿਸੇ ਇੱਕ ਵਿਚਾਰਧਾਰਾ ਦੀ ਕਮਿਊਨਿਟੀ ਦੇ ਵਿੱਚੋਂ ਪੈਦਾ ਹੁੰਦਾ ਆ। ਉਹਦੇ ਇੱਕ ਅਸੂਲ ਹੁੰਦੇ ਆ, ਸਿਧਾਂਤ ਹੁੰਦੇ ਆ ਹਰੇਕ ਧਰਮ ਦੇ। ਬੇਸਿਕਲੀ ਜੇ ਮੈਂ ਗੱਲ ਕਰਾਂ ਕਿ ਧਰਮ ਜਿਹੜਾ ਹੈਗਾ ਵਾ ਉਹਦਾ ਆਧਾਰ ਸੱਚਾਈ ਆ, ਸੱਚ ਹੈ।
ਕਿਉਂਕਿ ਸੱਚ ਹੀ ਅਟੱਲ ਹੈਗਾ ਆ। ਸੱਚ ਨਹੀਂ ਰਹਿਣਾ ਹੁੰਦਾ ਆ। ਜਿਹੜਾ ਝੂਠ ਫਰੇਬ ਹੈ ਉਹਨੇ ਸਮਾਂ ਪਾ ਕੇ ਜਿਹੜਾ ਉਹਦਾ ਡਾਊਨਫਾਲ ਵੀ ਆਉਂਦਾ ਹੈਗਾ ਆ। ਝੂਠ ਹਮੇਸ਼ਾ ਜਿਹੜਾ ਹਾਰਦਾ ਹੈਗਾ, ਚਾਹੇ ਸਮਾਂ ਲੱਗਦਾ ਉਸ ਚੀਜ਼ ਨੂੰ। ਮੈਂ ਆਪਣੇ ਵਿਸ਼ੇ ਤੇ ਰਵਾਂ। ਤੁਸੀਂ ਪੁੱਛਿਆ ਕਿ ਧਰਮ ਦਾ ਮੂਲ ਕੀ ਹੈਗਾ ਆ, ਜਾਂ ਇਹਦੇ ਵਿੱਚ ਜਿਹੜਾ ਪਖੰਡਵਾਦ ਆ ਤੇ ਭੇਖਵਾਦ, ਭੇਖ ਦਾ ਸੰਬੰਧ ਹੈ ਧਰਮ ਦੇ ਨਾਲ। ਮੈਂ ਇੰਨੀ ਗੱਲ ਜ਼ਰੂਰ ਕਰੂੰਗਾ ਕਿ ਸਿੱਖੀਜ਼ਮ ਦੇ ਵਿੱਚ ਜਿਹੜਾ ਅਸੀਂ ਮੰਨਦੇ ਹੈਗੇ ਆ, ਸੱਚ ਦੇ ਮਾਰਗ ਤੇ ਚੱਲਣਾ, ਮਾਨਵਤਾ ਦੇ ਲਈ ਤਤਪਰ ਰਹਿਣਾ, ਗਰੀਬ ਗੁਰਬੇ ਦਾ ਭਲਾ ਕਰਨਾ, ਮੁਲਜ਼ਮ ਦੀ ਰੱਖਿਆ ਕਰਨੀ, ਮਲਜ਼ੂਮ ਦੀ ਮਾਫ ਕਰਨਾ ਰੱਖਿਆ ਕਰਨੀ, ਤੇ ਜਿਹੜਾ ਜਾਬਰ ਹੈਗਾ ਉਹਦੇ ਜ਼ੁਲਮ ਦੇ ਖਿਲਾਫ ਖੜਨਾ। ਇਹ ਸਾਰਾ ਕੁਝ ਕਰਦਿਆਂ ਹੋਇਆਂ ਅਸੀਂ ਇਹ ਨਹੀਂ ਦੇਖਦੇ ਹੈਗੇ ਕਿ ਕਿਹੜਾ ਧਰਮ ਕਿਹੜੇ ਨਾਲ ਸੰਬੰਧਿਤ ਹੈਗਾ, ਜ਼ੁਲਮ ਕਰਨ ਵਾਲਾ ਕੌਣ ਹੈ, ਜਾਂ ਜਿਹੜਾ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਵਿਕਟਮ ਹੈ ਉਹ ਕੌਣ ਹੈ। ਸਾਨੂੰ ਸਾਡੇ ਗੁਰੂ ਸਾਹਿਬਾਨ ਦਾ ਉਪਦੇਸ਼ ਹੈਗਾ ਆ ਕਿ ਅਸੀਂ ਸੱਚ ਦੇ ਲਈ ਖੜਨਾ ਹੈਗਾ। ਜਿਹੜਾ ਸੱਚ, ਜਿਹੜਾ ਮੂਲ ਤੁਸੀਂ ਦੱਸਿਆ, ਸੱਚ ਦੇ ਲਈ ਖੜਨਾ ਹੈਗਾ। ਸੱਚ ਕਿੱਧਰ ਹੈਗਾ? ਇਸੇ ਕਾਰਨ ਹੈਗਾ ਕਿ ਜਦੋਂ ਮੁਗਲਾਂ ਦਾ ਰਾਜ ਸੀਗਾ, ਜਦੋਂ ਹਿੰਦੂ ਭਾਈਚਾਰੇ ਦੇ ਉੱਪਰ ਜਿਹੜੇ ਵੱਡੀ ਪੱਧਰ ਤੇ ਜ਼ੁਲਮ ਹੋਏ ਤੇ ਉਹਨਾਂ ਦੇ ਧਰਮ ਪਰਿਵਰਤਨ ਦੀ ਗੱਲ ਚੱਲੀ, ਜਬਰੀ ਉਹਨਾਂ ਦੇ ਜਨੇਊ ਲਾਏ ਗਏ, ਤੇ ਉਸ ਸਮੇਂ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਸ਼ਹਾਦਤ ਦਿੱਤੀ ਇਸ ਗੱਲ ਲਈ। ਸਾਡੇ ਗੁਰੂ ਸਾਹਿਬਾਨ ਨੇ ਇਸ ਗੱਲ ਦੇ ਲਈ ਆਵਾਜ਼ ਉਠਾਈ ਔਰ ਜ਼ੁਲਮ ਦਾ ਟਾਕਰਾ ਵੀ ਕੀਤਾ ਹਰ ਤਰ੍ਹਾਂ ਦੇ ਨਾਲ। ਸੋ ਮੁੱਖ ਰੂਪ ਦੇ ਵਿੱਚ ਮੈਂ ਇਹ ਗੱਲ ਕਰਾਂ, ਇਹ ਤੇ ਗੱਲ ਸੀਗੀ ਮੇਨ। ਅੱਗੇ ਗੱਲ ਦੋ ਜਿਹੜੀਆਂ ਜੁੜੀਆਂ ਹੋਈਆਂ, ਕਿਹੜਾ ਸਮਾਂ ਪਾ ਕੇ ਜਿਹੜੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੰਨਾ ਸਮਾਜਿਕ ਬੁਰਾਈਆਂ ਤੋਂ ਸਾਨੂੰ ਕੱਢਿਆ ਸੀ, ਜਿਹੜੀਆਂ ਉਸ ਸਮੇਂ ਤੇ ਜਿਹੜਾ ਘੁੱਪ ਹਨੇਰ ਪੈਦਾ ਹੋਇਆ ਸੀ, ਵਹਿਮ ਕਰਮ ਕਾਂਡ, ਉਹਨਾਂ ਦਾ ਖੰਡਨ ਕੀਤਾ ਸੀ। ਸਮਾਂ ਪਾ ਕੇ ਉਹ ਪਖੰਡਵਾਦ ਜਿਹੜਾ ਹੈਗਾ ਫੇਰ ਮੁੜ ਕੇ ਪ੍ਰਚੰਡ ਹੋ ਗਿਆ। ਪਖੰਡਵਾਦ ਕਦੇ ਵੀ ਜਿਹੜਾ ਧਰਮ ਦਾ ਹਿੱਸਾ ਨਹੀਂ ਹੈ, ਕਿਉਂਕਿ ਹਮੇਸ਼ਾ ਜਿਹੜਾ ਸੋਲ ਹੈਗੀ ਬੰਦੇ ਦੀ, ਜਿਹੜੀ ਅੰਦਰ ਦੀ ਆਤਮਾ ਹੈਗੀ ਆ, ਜਿੰਨਾ ਚਿਰ ਤੱਕ ਬੰਦਾ ਆਤਮਿਕ ਤੌਰ ਤੇ ਆਪਣੇ ਆਪ ਨੂੰ ਸਪਿਰਿਚੁਅਲ ਤੌਰ ਤੇ ਜੋੜਦਾ ਨਹੀਂ ਹੈਗਾ ਪ੍ਰਮਾਤਮਾ ਦੇ ਨਾਲ, ਜਿਹੜਾ ਪਖੰਡ ਆ ਉਹ ਜਿੰਨਾ ਮਰਜ਼ੀ ਕਰੀ ਜਾਵੇ ਉਹਦਾ ਕੋਈ ਫਾਇਦਾ ਨਹੀਂ। ਹਾਂ, ਭੇਖ ਦੀ ਗੱਲ ਹੈ, ਭੇਖ ਤੇ ਧਰਮ ਦਾ ਸੰਬੰਧ ਹੈ। ਜੇ ਬੰਦੇ ਦੀ ਵੇਸ਼ਭੂਸ਼ਾ, ਭੇਖ ਜਿਹੜਾ ਹੈਗਾ ਉਸਨੇ ਚੰਗਾ ਪਾਇਆ ਹੈਗਾ ਆ, ਜਿਹੜਾ ਆਪਾਂ ਕਹਿ ਸਕਦੇ ਹੈਗੇ ਕਿ ਸੱਭਿਅਕ ਪਾਇਆ ਹੋਇਆ, ਤੇ ਇੱਕ ਬਾਣਾ ਪਾਇਆ ਹੋਇਆ ਆ, ਲੇਕਿਨ ਸਪਿਰਿਚੁਅਲ ਤੌਰ ਤੇ ਵੀ ਉਹ ਨਾਲ ਜੇ ਹੈਗਾ ਤਾਂ ਫੇਰ ਹੈ, ਨਹੀਂ ਤੇ ਫਿਰ ਉਹ ਕੱਲਾ ਭੇਖ ਹੀ ਹੈ। ਭੇਖ ਤੇ ਬੰਦੇ ਦਾ ਜਿਹੜਾ ਹੈਗਾ ਵਾ ਕਿਰਦਾਰ, ਇਹ ਦੋ ਚੀਜ਼ਾਂ ਇੱਕ ਦੂਜੇ ਦੀਆਂ ਪੂਰਕ ਹੈਗੀਆਂ ਨੇ। ਜੇ ਅਸੀਂ ਇਹ ਮੰਨਦੇ ਹੈਗੇ ਆ ਕਿ ਅਸੀਂ ਸੰਪੂਰਨ ਰੂਪ ਦੇ ਵਿੱਚ ਸਪਿਰਿਚੁਅਲ ਤੌਰ ਤੇ ਆਪਣੇ ਆਪ ਨੂੰ ਸੱਚ ਦੇ ਮਾਰਗ ਤੇ ਚੱਲਣਾ ਹੈਗਾ, ਇਹ ਦੋਵਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ ਆ। ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਹਮੇਸ਼ਾ ਇਹ ਗੱਲ ਦੱਸੀ ਹੈਗੀ ਆ ਕਿ ਜਿੰਨਾ ਚਿਰ ਤੱਕ ਅਸੀਂ ਆਤਮਿਕ ਤੌਰ ਤੇ, ਸਪਿਰਿਚੁਅਲ ਤੌਰ ਤੇ ਆਪਣੇ ਆਪ ਨੂੰ ਜਿਹੜਾ ਸਮਰਪਿਤ ਨਹੀਂ ਕਰਦੇ ਗੁਰੂ ਮਹਾਰਾਜ ਨੂੰ, ਉਨਾ ਚਿਰ ਤੱਕ ਅਸੀਂ ਕਦੇ ਵੀ ਧਾਰਮਿਕ ਜਿਹੜਾ ਹੈਗਾ ਕਸਵੱਟੀ ਹੈਗੀ ਆ ਉਹਦੇ ਤੇ ਪੂਰਾ ਨਹੀਂ ਉਤਰ ਸਕਦੇ। ਸੋ ਕਿਸੇ ਵੀ ਧਰਮ ਗ੍ਰੰਥ ਕੋਈ ਵੀ ਲੈ ਲਓ, ਉਹਦੇ ਵਿੱਚ ਸੱਚ ਦੀ ਗੱਲ ਕੀਤੀ ਆ, ਝੂਠ ਫਰੇਬ ਨੂੰ ਕੰਡੈਮ ਕੀਤਾ ਗਿਆ, ਉਸ ਨੂੰ ਨਕਾਰਿਆ ਗਿਆ ਹੈਗਾ ਆ। ਜ਼ੁਲਮ ਜਿਹੜਾ ਕਰਦੇ ਲੈ ਗਏ ਹੈਗੇ ਲੋਕ, ਉਹਨਾਂ ਨੂੰ ਨਕਾਰਿਆ ਗਿਆ ਹੈਗਾ ਆ। ਤੇ ਖਾਸ ਕਰਕੇ ਆਪਣੀ ਵਿਚਾਰਧਾਰਾ ਨੂੰ ਦੂਜਿਆਂ ਦੇ ਉੱਪਰ ਠੋਸਣਾ, ਮੈਂ ਕਹਿ ਸਕਦਾ, ਜਾਂ ਲੁਕਵੇਂ ਤਰੀਕੇ ਦੇ ਨਾਲ, ਲਾਲਚ ਦੇ ਕੇ, ਜਾਂ ਜਬਰੀ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਧਰਮ ਦੀ ਵਿਚਾਰਧਾਰਾ ਨੂੰ ਦੂਜੇ ਲੋਕ, ਜਿਹੜਾ ਧਰਮ ਦੀ ਵਿਚਾਰਧਾਰਾ ਜਿਹੜੀ ਹੈਗੀ ਉਹਦੇ ਉੱਪਰ ਜਿਹੜਾ ਹੈਗਾ ਆਪਣਾ ਠੋਸਣਾ, ਕਹਿ ਸਕਦੇ ਆਪਾਂ ਲਾਗੂ ਕਰਨਾ, ਇਹ ਕਦਾਚਿਤ ਕਿਸੇ ਵੀ ਧਰਮ ਦੇ ਵਿੱਚ ਇਦਾਂ ਜਿਹੜਾ ਹੈਗਾ ਪ੍ਰਵਾਨਿਤ ਨਹੀਂ ਹੈਗਾ ਜੀ। ਹਾਂਜੀ, ਤੁਹਾਡੀ ਇਹੀ ਗੱਲ ਹੈ ਵੀ ਜਿਵੇਂ ਔਰੰਗਜ਼ੇਬ ਨੇ ਧੱਕੇ ਦੇ ਨਾਲ ਮੁਸਲਮਾਨ ਬਣਾਉਣੇ ਚਾਹੇ ਤੇ ਸਾਡੇ ਗੁਰੂਆਂ ਨੇ ਉਹਨਾਂ ਦਾ ਵੀ ਟਾਕਰਾ ਕੀਤਾ, ਜੀ ਤੇ ਅੱਜ ਇਹੀ ਕੁਝ ਹੋ ਰਿਹਾ। ਤੇ ਪਹਿਲਾਂ ਇਹ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਗੁਰੂਆਂ ਦੀ ਧਰਤੀ ਮੰਨੀ ਜਾਂਦੀ ਆ, ਜੀ ਜਿੱਥੇ ਸਾਡੇ ਬੜੇ ਇਤਿਹਾਸਕ ਗੁਰੂ ਘਰ ਹੋਏ ਨੇ, ਜਿੱਥੇ ਸਾਡੇ ਗੁਰੂਆਂ ਨੇ ਜਨਮ ਲਿਆ, ਤੇ ਜਿੱਥੇ ਗੁਰੂਆਂ ਦੀ ਬਾਣੀ ਪੜ੍ਹੀ ਜਾਂਦੀ ਆ, ਵੱਧ ਤੋਂ ਵੱਧ ਬਾਣੀ ਪੜ੍ਹੀ ਜਾਂਦੀ ਆ। ਜੀ ਜੀ ਤੇ ਅੱਜ ਜਿੱਥੇ ਪੰਜਾਬ ਦੇ ਵਿੱਚ, ਜਿੱਥੇ ਗੁਰੂਆਂ ਦੀ ਧਰਤੀ ਕਿਹਾ ਜਾਂਦਾ, ਅੱਜ ਈਸਾਈ ਮੱਤ ਪੰਜਾਬ ਦੇ ਵਿੱਚ ਸਭ ਤੋਂ ਵੱਧ ਫੈਲ ਜਾ ਰਹੀ ਆ। ਹੋਰ ਵੀ ਸਟੇਟਾਂ ਹੈਗੀਆਂ ਨੇ ਪਰ ਉੱਥੇ ਬਹੁਤ ਘੱਟ ਆ। ਉੱਥੇ ਲੋਕ ਇਹਨਾਂ ਦਾ ਵਿਰੋਧ ਵੀ ਕਰਦੇ ਆ, ਇਹਨਾਂ ਪਾਸਟਰਾਂ ਦੀ ਮਾਰ ਕੁਟਾਈ ਵੀ ਕਰਦੇ ਆ। ਇਹ ਸਾਡੀ ਜਿਹੜੀ ਗੁਰੂਆਂ ਦੀ ਧਰਤੀ ਆ, ਇੱਥੇ ਕਦੋਂ ਤੋਂ ਈਸਾਈ ਮੱਤ ਆਇਆ ਤੇ ਈਸਾਈ ਮੱਤ ਨੇ ਕੀ ਕੁਝ ਇੱਥੇ ਆ ਕੇ ਦੇਖਿਆ ਤੇ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਯਤਨ ਕਰ ਰਹੇ ਨੇ। ਉਹ ਵੀ ਕਿਹੜੀ ਐਸੀ ਕਮੀ ਲੱਭੀ ਉਹਨਾਂ ਨੂੰ ਜਿਹੜੀ ਪੰਜਾਬ ਦੇ ਗੁਰੂਆਂ ਧਰਤੀ ਉੱਤੇ ਆਏ
ਤੇ ਕਦੋਂ ਤੋਂ ਆ ਕੇ ਇੱਥੇ ਪ੍ਰਚਾਰ ਕਰਨਾ ਇਹਨਾਂ ਨੇ ਸ਼ੁਰੂ ਕੀਤਾ? ਜੀ ਰਾਜਵੀਰ ਜੀ, ਭਾਰਤ ਦੇ ਉੱਤਰੀ ਭਾਰਤ ਵਾਲੇ ਪਾਸੇ ਪੱਛਮ ਦੇ ਵਿੱਚ ਜਿਹੜੀ ਪੰਜਾਬ ਦੀ ਧਰਤੀ ਸੀ, ਵੱਡਾ ਹਿੱਸਾ ਸੀ ਪੰਜਾਬ ਦਾ, ਇੱਕ ਮਹਾਂ ਪੰਜਾਬ ਜਿਹਨੂੰ ਕਿਹਾ ਜਾਂਦਾ ਹੈਗਾ ਆ, ਉਸ ਧਰਤੀ ਦੇ ਉੱਪਰ, ਪੰਜਾਬ ਦੀ ਧਰਤੀ ਦੇ ਉੱਪਰ ਸਾਡੇ 10 ਗੁਰੂ ਸਾਹਿਬਾਨ ਨੇ ਜਿਹੜਾ ਅਵਤਾਰ ਧਾਰਿਆ, ਇੱਥੇ ਇੱਕ ਵਿਚਾਰਧਾਰਾ ਦਿੱਤੀ ਸੀ ਕਿ ਉਸ ਸਮੇਂ ਦੇ ਜਿਹੜੇ ਧਰਮਾਂ ਦੇ ਵਿੱਚ ਪਖੰਡਵਾਦ ਸੀਗਾ, ਜੋ ਵੀ ਊਣਤਾਈਆਂ ਜਿਹੜੀਆਂ ਆਈਆਂ ਹੋਈਆਂ ਸੀਗੀਆਂ ਸਮੇਂ ਦੇ ਨਾਲ, ਸਮਾਜਿਕ ਬੁਰਾਈਆਂ, ਉਹਨਾਂ ਦਾ ਕੰਡੈਮ ਕੀਤਾ ਤੇ ਇੱਕ ਸੱਚੀ ਸੁੱਚੀ ਮਾਨਵਤਾ ਦੀ ਜਿਹੜਾ ਮਾਰਗਦਰਸ਼ਨ ਸੀਗਾ ਉਹ ਦੱਸਿਆ, ਗੁਰੂ ਨਾਨਕ ਦੇਵ ਜੀ ਲੈ ਕੇ 10 ਗੁਰੂ ਸਾਹਿਬਾਨ ਤੱਕ। ਸੋ ਇਹੀ ਕਾਰਨ ਸੀਗਾ ਕਿ ਦਸਮ ਜਾਮੇ ਤੱਕ ਸਾਡੀ ਇੱਕ ਵੱਖਰੇ ਰੂਪ ਵਿੱਚ ਸਿੱਖ ਕੌਮ ਦੀ ਪਹਿਚਾਣ ਜਿਹੜੀ ਸੀ ਉਹ ਸਾਹਮਣੇ ਆ ਚੁੱਕੀ ਸੀਗੀ। ਅਸੀਂ ਜ਼ੁਲਮ ਦੇ ਖਿਲਾਫ ਲੜੇ ਹੈਗੇ ਆ, ਲੰਮਾ ਸਮਾਂ ਸਾਡਾ ਇੱਕ ਇਤਿਹਾਸ ਬਣਿਆ। ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰਕ ਰੂਪ ਵਿੱਚ ਚਲੇ ਜਾਣ ਤੋਂ ਬਾਅਦ ਆਤਮਿਕ ਰੂਪ ਵਿੱਚ ਸਦਾ ਸਾਡੇ ਨਾਲ ਨੇ, ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ੁਲਮ ਖਿਲਾਫ ਲੜਨਾ, ਫਿਰ ਮੁਗਲਾਂ ਦਾ ਦੁਬਾਰਾ ਕਾਬਜ ਹੋਣਾ ਤੇ ਜ਼ੁਲਮ ਕਰਨਾ, ਉਸ ਤੋਂ ਬਾਅਦ ਸਿੱਖ ਮਿਸਲਾਂ ਦਾ ਇਕੱਠੇ ਹੋ ਕੇ ਜ਼ੁਲਮ ਦਾ ਟਾਕਰਾ ਕਰਨਾ ਤੇ ਸਿੱਖ ਰਾਜ ਸਥਾਪਿਤ ਹੋਣਾ। ਸਿੱਖ ਰਾਜ ਦੇ ਵਿੱਚ ਜਿਹੜਾ ਸਿੱਖੀਜ਼ਮ ਦਾ ਮਾਨਵਤਾ ਸੀਗਾ, ਸਰਬ ਧਰਮ ਦੀ ਗੱਲ ਸੀਗੀ, ਉਹ ਚੱਲਦੀ ਰਹੀ। ਲੇਕਿਨ ਜਦੋਂ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਜਦੋਂ ਆਪਸ ਵਿੱਚ ਖਾਨਾ ਜੰਗੀ ਦਾ ਸ਼ਿਕਾਰ ਹੋਇਆ ਤੇ ਜਿਹੜੇ ਅੰਗਰੇਜ਼ ਲੰਮਾ ਸਮਾਂ ਅੰਗਰੇਜ਼ਾਂ ਦਾ ਰਾਜ ਤੇ ਉਹਨਾਂ ਦਾ ਕ੍ਰਿਸਚੀਅਨਿਟੀ ਦਾ ਪ੍ਰਚਾਰ ਜਿਹੜਾ ਸੀਗਾ ਉਹ ਪੂਰਬ ਵੱਲ ਲਗਾਤਾਰ ਪਿਛਲੇ 75 ਸਾਲ ਤੋਂ ਚੱਲ ਰਿਹਾ ਸੀਗਾ। ਉਹ ਹੁਣ ਲੁਧਿਆਣਾ ਮਿਸ਼ਨ ਸੀਗਾ ਇੱਕ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ, ਇੱਥੇ ਐਂਗਲੋ ਸਿੱਖ ਵਾਰ ਦੇ ਵਿੱਚ ਅੰਗਰੇਜ਼ ਸ਼ਲਕਪਟ ਨਾਲ ਜੇਤੂ ਹੋਏ। ਉਸ ਤੋਂ ਬਾਅਦ ਹੀ ਜਿੱਦਣ ਮਾਰਚ 1849 ਦੇ ਵਿੱਚ ਸਿੱਖ ਰਾਜ ਦਾ ਜਿਹੜਾ ਕੌਮੀ ਝੰਡਾ ਆ ਉਤਰਿਆ ਤੇ ਜਿਹੜਾ ਯੂਨੀਅਨ ਜੈਕ ਸੀਗਾ ਉਹਦਾ ਝੰਡਾ ਚੜਿਆ, ਉਹਦੇ ਨਾਲ ਹੀ ਇਹ ਪ੍ਰਚਾਰ ਸ਼ੁਰੂ ਹੋ ਗਿਆ ਸੀਗਾ ਰਾਜਵੀਰ ਜੀ। ਇੱਕ ਵੱਡੀ ਪੱਧਰ ਦੇ ਉੱਤੇ ਕ੍ਰਿਸਚੀਅਨਿਟੀ ਦਾ ਜਿਹੜਾ ਸੀਗਾ ਉਸ ਸਮੇਂ ਤੋਂ ਇੱਕ ਸੋਚੀ ਸਮਝੀ ਸਾਜ਼ਿਸ਼ ਅੰਗਰੇਜ਼ਾਂ ਦੀ ਸੀ ਕਿ ਜਿੱਥੇ ਵੀ ਰਾਜ ਕਰਨਾ ਹੈਗਾ ਆ, ਉਹਨਾਂ ਦਾ ਧਰਮ ਵਿਰਸਾ, ਖਾਸ ਕਰਕੇ ਉਹ ਕੌਮਾਂ ਜਿਹੜੀਆਂ ਜ਼ੁਲਮ ਦੇ ਖਿਲਾਫ ਖੜਦੀਆਂ ਹੈਗੀਆਂ, ਜਿਨ੍ਹਾਂ ਨੂੰ ਉਹਨਾਂ ਨੇ ਬਹੁਤ ਔਖਾ ਜਿੱਤਿਆ ਸੀਗਾ ਛਲ ਕਪਟ ਕਰਕੇ, ਬੜੇ ਤਰੀਕੇ ਦੇ ਨਾਲ ਉਹਨਾਂ ਨੇ ਸਿੱਖ ਰਾਜ ਨੂੰ ਜਿਹੜਾ ਹਾਸਲ ਕੀਤਾ ਸੀ, ਉਹ ਗਾਉਣਾ ਨਹੀਂ ਸੀ ਚਾਹੁੰਦੇ ਦੁਬਾਰਾ। ਉਹ ਕਿਉਂਕਿ ਸਿੱਖ ਇਤਿਹਾਸ ਤੋਂ ਜਾਣੂ ਸੀਗੇ, ਜਿਹੜਾ ਤੁਹਾਨੂੰ ਮੈਂ ਦੱਸਿਆ ਹੈਗਾ ਆ, ਇਸ ਚੀਜ਼ ਨੂੰ ਉਹ ਹਮੇਸ਼ਾ ਅਲਰਟ ਸੀਗੇ ਇਸ ਗੱਲ ਤੋਂ ਕਿ ਜੇ ਸਿੱਖਾਂ ਨੂੰ ਉਹਨਾਂ ਦੀਆਂ ਜੜ੍ਹਾਂ ਤੋਂ ਨਾ ਤੋੜਿਆ ਗਿਆ ਤੇ ਇਹ ਦੁਬਾਰਾ ਰਾਜ ਭਾਗ ਸਾਡੇ ਕੋਲ ਲੰਬਾ ਸਮਾਂ ਨਹੀਂ ਰਹੇਗਾ। ਕ੍ਰਿਸਚੀਅਨਿਟੀ ਦਾ ਪ੍ਰਚਾਰ ਜਿਹੜਾ ਇੱਥੋਂ ਉਹਨਾਂ ਨੇ ਸ਼ੁਰੂ ਕੀਤਾ। ਪਹਿਲਾ ਜਿਹੜਾ ਮੀਲ ਪੱਥਰ ਸਾਬਤ ਕੀਤਾ ਕਿ ਸਾਡੇ ਮਹਾਰਾਜਾ ਦਲੀਪ ਸਿੰਘ ਜਿਹੜਾ ਸੀਗਾ, ਬਾਲ ਅਵਸਥਾ ਸੀਗਾ ਉਦੋਂ, ਉਹਨੂੰ ਉੱਥੋਂ ਸਾਜ਼ਿਸ਼ ਤਹਿਤ ਮਾਂ ਤੋਂ ਵਿਛੋੜ ਕੇ ਕਲਕੱਤੇ ਲਿਜਾਇਆ ਗਿਆ, ਉੱਥੇ 2 ਸਾਲ ਰੱਖਿਆ ਗਿਆ। ਉਹਦੇ ਆਲੇ ਦੁਆਲੇ ਜਿਹੜਾ ਤਿਗਰਦਾ ਸੀਗਾ, ਉਹਦੇ ਜੋ ਵੀ ਲੋਕ ਸੀਗੇ, ਉਹ ਸਾਰੇ ਈਸਾਈ ਮਤ ਨਾਲ ਸੰਬੰਧਿਤ ਰੱਖੇ ਗਏ। ਲੰਬਾ ਸਮਾਂ ਉਸਦੇ ਮੁੜ ਕੇ ਕੇਸ ਕਤਲ ਕਰ ਦਿੱਤੇ ਗਏ। ਈਸਾਈ ਜਿਹੜਾ ਧਰਮ ਸੀਗਾ ਉਹ ਗ੍ਰਹਿਣ ਸਾਜ਼ਿਸ਼ ਤਹਿਤ ਕਰਵਾਇਆ ਗਿਆ ਇੱਕ ਬੱਚੇ ਕੋਲੋਂ। ਸੋ ਇਹ ਕਹਿ ਸਕਦੇ ਕਿ ਪਹਿਲਾ ਇੱਕ ਕਹਿ ਸਕਦੇ ਹਾਂ ਕਿ ਉਹਨਾਂ ਦਾ ਇੱਕ ਵੱਡੀ ਸਾਜ਼ਿਸ਼ ਦਾ ਇੱਕ ਹਿੱਸਾ ਸੀਗਾ ਕਿ ਜਦੋਂ ਤੁਸੀਂ ਕਿਸੇ ਵੀ ਕੌਮ ਨੂੰ ਉਹਨਾਂ ਦੇ ਧਰਮ ਨਾਲੋਂ ਤੋੜਨਾ ਹੈਗਾ ਆ ਤੇ ਤੁਸੀਂ ਉਹਨਾਂ ਦੇ ਜਿਹੜੇ ਮੇਨ ਕਰੈਕਟਰ ਹੈਗੇ ਆ, ਜਿਹੜੇ ਆਈਡੀਅਲ ਹੈਗੇ ਆ, ਉਹਨਾਂ ਨੂੰ ਈਸਾਈ ਧਰਮ 'ਚ ਲਿਆਓ। ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਧਰਮ 'ਚ ਲੈ ਕੇ ਜਾਣ ਦਾ ਇਹੀ ਇੱਕ ਵੱਡਾ ਕਾਰਨ ਸੀਗਾ। ਇਸ ਤੋਂ ਇਲਾਵਾ ਇਹ ਇਕੱਲਾ ਇੱਕ ਸਿਲਸਿਲਾ ਨਹੀਂ ਹੈਗਾ। ਮਹਾਰਾਜਾ ਦਲੀਪ ਸਿੰਘ ਤੋਂ ਇਲਾਵਾ ਕਪੂਰਥਲੇ ਨਵਾਬ ਦਾ ਬੇਟਾ ਸੀਗਾ ਹਰਨਾਮ ਸਿੰਘ, ਉਹ ਅਡਲਟ ਸੀਗਾ, ਬਾਲਗ ਸੀਗਾ, ਉਹ ਵੀ ਕ੍ਰਿਸਚੀਅਨਿਟੀ ਜਾਂਦਾ ਹੈਗਾ, ਕ੍ਰਿਸਚੀਅਨ ਧਰਮ ਨੂੰ ਜਿਹੜਾ ਪ੍ਰਵਾਨ ਕਰਦਾ, ਉਹਨੂੰ ਲਗਾਤਾਰ ਪ੍ਰੇਰਿਆ ਜਾਂਦਾ ਇਸ ਗੱਲ ਵਾਸਤੇ। ਸੋ ਇਹ ਗੱਲਾਂ ਸੀਗੀਆਂ। ਮੈਂ ਤੁਹਾਨੂੰ ਗੱਲ ਦੱਸਣ ਲੱਗਾ ਕਿ ਲੁਧਿਆਣਾ ਮਿਸ਼ਨ ਸੀਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਤਲੁਜ ਤੱਕ ਸੀਗਾ। ਉਤੋਂ ਪਰਲੇ ਪਾਸੇ ਲੁਧਿਆਣਾ ਮਿਸ਼ਨ ਕ੍ਰਿਸਚੀਅਨਿਟੀ ਮਿਸ਼ਨ ਸੀਗਾ ਜਿਹੜਾ ਪਹਿਲਾਂ ਲਗਾਤਾਰ ਕੰਮ ਕਰ ਰਿਹਾ ਸੀਗਾ। ਜਦ ਹੀ ਇਹਨਾਂ ਦਾ ਰਾਜ ਭਾਗ ਪੰਜਾਬ ਦੇ ਉੱਤੇ ਕਾਬਜ ਹੋਇਆ, ਉਸ ਤੋਂ ਬਾਅਦ ਲੁਧਿਆਣਾ ਕ੍ਰਿਸਚੀਅਨਿਟੀ ਮਿਸ਼ਨ ਦੀਆਂ ਜਿਹੜੀਆਂ ਲਗਾਤਾਰ ਬ੍ਰਾਂਚ ਸੀਗੀਆਂ, ਸ਼ਾਖਾਵਾਂ ਸੀਗੀਆਂ, ਇਹਨਾਂ ਨੇ ਅੰਮ੍ਰਿਤਸਰ, ਤਰਨਤਾਰਨ, ਅਜਨਾਲਾ, ਜੰਡਿਆਲਾ, ਉਹ ਜਿਹੜੇ ਵੱਡੇ ਸ਼ਹਿਰ ਸੀਗਾ ਇੱਧਰ ਪੱਛਮ ਵੱਲ, ਉਹਨਾਂ ਦੇ ਵਿੱਚ ਤੇਜ਼ੀ ਨਾਲ ਸਥਾਪਿਤ ਕੀਤੀਆਂ। ਮੈਂ ਹੋਰ ਇੱਕ ਤੁਹਾਨੂੰ ਇੰਟਰਸਟਿੰਗ ਗੱਲ ਦੱਸੂਗਾ ਕਿ ਇਹਨਾਂ ਨੇ ਜਦੋਂ ਕਾਬਜ ਹੋਏ ਆ ਅੰਗਰੇਜ਼ ਇੱਥੇ ਕ੍ਰਿਸਚੀਅਨਿਟੀ ਦਾ ਪ੍ਰਚਾਰ ਕਰਨ ਵਾਸਤੇ, ਜਿਹੜੀਆਂ ਸਿੱਖ ਸੰਸਥਾਵਾਂ ਸੀਗੀਆਂ,
ਈਵਨ ਜਿਹੜੀਆਂ ਪ੍ਰੋਮੀਨੈਂਟ ਸਿੱਖ ਸੰਸਥਾਵਾਂ ਸੀਗੀਆਂ, ਸਿੱਖਿਆ ਸੰਸਥਾਵਾਂ ਸੀਗੀਆਂ ਜਾਂ ਰਾਜ ਭਾਗ ਦੇ ਮਹਿਲ ਸੀਗੇ, ਉਹਨਾਂ ਦੇ ਵਿੱਚ ਜਿਹੜਾ ਸੀਗਾ ਚਰਚਾਂ ਬਣਾਈਆਂ। ਉਹਦੀ ਇੱਕ ਐਗਜ਼ਾਮਪਲ ਤੁਹਾਨੂੰ ਬਟਾਲਾ ਦੇ, ਜੋ ਤੁਸੀਂ ਕੱਲ ਜ਼ਿਕਰ ਕੀਤਾ ਸੀਗਾ ਕਿ ਉਹ ਏਰੀਆ ਇੱਕ ਬੜੀ ਵੱਡੀ ਪੱਧਰ ਤੇ ਇਹਨਾਂ ਦੇ ਸ਼ਿਕਾਰ ਹੋਇਆ। ਉਹਦੇ ਇੱਥੇ ਬਟਾਲਾ ਦੇ ਵਿੱਚ ਬੇਰਿੰਗ ਕਾਲਜ ਇਹਨਾਂ ਨੇ ਬਣਾਇਆ। ਉਹ ਮਹਾਰਾਜਾ ਸ਼ੇਰ ਸਿੰਘ ਦੀ ਰਿਹਾਇਸ਼ ਸੀਗੀ, ਮਹਿਲ ਸੀਗਾ ਉਹਦਾ। ਉਹਦੇ ਵਿੱਚ ਇਹਨਾਂ ਨੇ ਚਰਚ ਬਣਾਈ, ਉਹਦੇ ਵਿੱਚ ਕ੍ਰਿਸਚੈਨਿਟੀ ਦਾ ਪ੍ਰਚਾਰ ਕੀਤਾ। ਉਹ ਅਜੇ ਵੀ ਚੱਲ ਰਿਹਾ, ਚਰਚ ਵੀ ਉੱਥੇ ਮੌਜੂਦ ਹੈਗੀ ਆ, ਨਾਮ ਵੀ ਉਹਦਾ ਲਗਾਤਾਰ ਉੱਥੇ ਸੰਘਰਸ਼ ਵੀ ਕੀਤਾ ਜਾਂਦਾ ਰਿਹਾ ਕਿ ਉਸ ਕਾਲਜ ਦਾ ਨਾਮ ਮਹਾਰਾਜਾ ਸ਼ੇਰ ਸਿੰਘ ਕਾਲਜ ਰੱਖਿਆ ਜਾਵੇ, ਲੇਕਿਨ ਉਹ ਕਦੇ ਵੀ ਮੰਗ ਪ੍ਰਵਾਨ ਨਹੀਂ ਚੜੀ। ਇਦਾਂ ਦੀਆਂ ਸੰਸਥਾਵਾਂ, ਕਈ ਸੰਸਥਾਵਾਂ ਸੀਗੀਆਂ ਜਿਨ੍ਹਾਂ ਨੂੰ ਉਹਨਾਂ ਨੇ ਸਿੱਧੇ ਤੌਰ ਤੇ ਕ੍ਰਿਸਚੈਨਿਟੀ ਦੇ ਪ੍ਰਚਾਰ ਲਈ ਵਰਤਣਾ ਸ਼ੁਰੂ ਕੀਤਾ। ਕਈ ਸਾਲਵੇਸ਼ਨ ਆਰਮੀ ਕੇਂਦਰ ਖੋਲੇ ਗਏ, ਕਈ ਉਹਨਾਂ ਨੇ ਜਿਹੜੇ ਕਰੈਕਟਰ ਆਪਣੇ ਤੌਰ ਤੇ ਖੜੇ ਕੀਤੇ। ਸੋ ਇਹੀ ਵਜ੍ਹਾ ਬਣੀ ਕਿ ਸਿੰਘ ਸਭਾ ਲਹਿਰ ਜਿਹੜੀ ਸੀਗੀ, ਇਹਦੇ ਪੈਰਲਲ ਇੱਕ ਵਿਚਾਰਧਾਰਾ ਹੋਰ ਚੱਲ ਰਹੀ ਸੀ, ਤੁਹਾਨੂੰ ਮੈਂ ਅੱਗੇ ਜਾ ਕੇ ਦੱਸੂਗਾ, ਆਰੀਆ ਸਮਾਜ, ਆਰੀਆ ਸਭਾ। ਸੋ ਇਹ ਦੋ ਹਮਲੇ ਲਗਾਤਾਰ ਸਿੱਖੀਜ਼ਮ ਤੇ ਹੋਣੇ ਸ਼ੁਰੂ ਹੋ ਗਏ। ਆਰੀਆ ਸਭਾ ਪਹਿਲਾਂ ਹੀ ਸੀਗੀ, ਨਾਲ ਅੰਗਰੇਜ਼ ਵੀ ਜਿਹੜੇ ਸੀਗੇ ਉਹ ਲਗਾਤਾਰ ਆਪਣੀ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਨ ਲੱਗੇ, ਤੇ ਇਹ ਗੱਲਾਂ ਜਿਹੜੀਆਂ ਸੀਗੀਆਂ ਸਿੱਖ ਕੌਮ ਨੂੰ ਇੱਕ ਵਿਚਾਰਧਾਰਕ ਚੁਣੌਤੀ ਦੇ ਰੂਪ ਵਿੱਚ ਸਾਹਮਣੇ ਆਈਆਂ ਜੀ। ਤੁਸੀਂ ਉਹਨੇ ਗੱਲ ਕੀਤੀ ਹੈ ਵੀ ਇੱਕ ਸਿੰਘ ਸਭਾ ਜਿਹੜੀ ਆਪਣੀ ਇੱਕ ਜਥੇਬੰਦੀ, ਇੱਕ ਸੰਸਥਾ ਚੱਲੀ ਸੀਗੀ, ਵੀ ਉਹਨਾਂ ਦੀ ਜਿਹੜੀ ਆਰੀਆ ਸਮਾਜ ਸੀਗਾ, ਇਹ ਜਿਹੜੇ ਸਾਈ ਮੱਤ ਦੇ ਨਾਲ ਕਿਹੜੀਆਂ ਕਿਹੜੀਆਂ ਵਿਚਾਰਧਾਰਕ ਉਹਨਾਂ ਦੇ ਮਤਭੇਦ ਰਹੇ ਨੇ, ਸਿੰਘ ਸਭਾ ਜਿਹੜੀ ਸਾਡੀ ਜਥੇਬੰਦੀ ਨੇ। ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਲਗਭਗ 1870 ਦੇ ਕਰੀਬ, 70 ਤੋਂ ਲੈ ਕੇ 75 ਦੇ ਵਿੱਚ ਆਰੀਆ ਸਭਾ, ਬ੍ਰਹਮੋ ਸਮਾਜ, ਇਹ ਸਾਰੀ ਜਿਹੜੀਆਂ ਸਗਾ ਸੀਗਾ, ਇਹਨਾਂ ਦਾ ਸਾਰਾ ਜ਼ੋਰ ਲੱਗਾ ਹੋਇਆ ਸੀਗਾ ਕਿ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸ ਕੇ ਇੱਕ ਪ੍ਰਚਾਰ ਕੀਤਾ ਜਾਵੇ। ਕਈ ਲਿਟਰੇਚਰ ਵੰਡੇ ਗਏ, ਕਈ ਇਦਾਂ ਦੇ ਪ੍ਰਚਾਰ ਕੀਤੇ ਗਏ, ਜਿਹਦੇ ਵਿੱਚੋਂ ਇਹ ਦੱਸਿਆ ਗਿਆ ਕਿ ਸੈਮੀਨਾਰ ਕੀਤੇ ਗਏ ਪੰਜਾਬ ਦੀ ਧਰਤੀ ਦੇ ਉੱਪਰ, ਜਿਹਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਸਿੱਖ ਹੈਗੇ ਨੇ ਉਹ ਹਿੰਦੂ ਨੇ। ਆਪਾਂ ਇਹ ਕਹਿ ਸਕਦੇ ਹੈਗੇ ਕਿ ਉਹਨਾਂ ਨੂੰ ਸਿੱਧੇ ਤੌਰ ਤੇ ਕੇਸਾਧਾਰੀ ਹਿੰਦੂ ਕਿਹਾ ਗਿਆ, ਕਿਤੇ ਕੁਛ ਕਿਹਾ ਗਿਆ। ਇਹ ਤੋਂ ਇਲਾਵਾ ਉਹਨਾਂ ਨੇ ਇਹੀ ਗੱਲ ਕਿਹਾ ਸੀ ਕਿ ਜਿਹੜਾ ਸਿੱਖ ਹੈਗੇ ਆ ਮੇਨ ਰੂਪ ਦੇ ਵਿੱਚ ਕੋਈ ਵੱਖਰਾ ਧਰਮ ਨਹੀਂ ਹੈਗਾ, ਉਹ ਸਾਡੇ ਵਿੱਚੋਂ ਹੀ ਪੈਦਾ ਹੋਇਆ ਤੇ ਸਾਡਾ ਹੀ ਹਿੱਸਾ ਹੈਗੇ ਆ। ਇਹਦੇ ਪੈਰਲਲ ਜਿਹੜੀ ਕ੍ਰਿਸਚੈਨਿਟੀ ਹੈਗੀ ਸੀ, ਉਹਦਾ ਤੁਹਾਨੂੰ ਮੈਂ ਦੱਸ ਦਿੱਤਾ ਕਿਸ ਤਰ੍ਹਾਂ ਪ੍ਰਚਾਰ ਕਰ ਰਹੇ ਆ। ਕੁਛ ਘਟਨਾਵਾਂ ਇਦਾਂ ਦੀਆਂ ਵਾਪਰੀਆਂ ਰਾਜਵੀਰ ਜੀ, ਜਿਹਦੀ ਵਜ੍ਹਾ ਕਰਕੇ ਸਿੰਘ ਸਭਾ ਲਹਿਰ ਜਿਹੜੀ ਸੀ ਹੋਂਦ ਵਿੱਚ ਆਈ ਸੀ। ਤੇ 1870 ਦੇ ਕਰੀਬ, 71 ਦੇ ਕਰੀਬ 4 ਸਿੱਖ ਜਿਹੜੇ ਸੀਗੇ, ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ ਤੇ ਸੰਤੋਖ ਸਿੰਘ, ਇਹ ਕ੍ਰਿਸਚੈਨਿਟੀ ਜਿਹੜਾ ਹੈਗਾ ਆ ਉਸ ਨੂੰ ਅਡਾਪਟ ਕਰ ਲੈਂਦੇ ਆ, ਉਹ ਧਰਮ ਜਿਹੜਾ ਹੈਗਾ ਅਪਣਾ ਲੈਂਦੇ ਹੈਗੇ ਆ। ਇਹਦੇ ਬਰਾਬਰ ਹੀ ਜਿਹੜਾ ਕਪੂਰਥਲਾ ਦਾ ਨਵਾਬ ਦਾ ਜਿਹੜਾ ਭਤੀਜਾ ਤੁਹਾਨੂੰ ਮੈਂ ਦੱਸਿਆ ਸੀਗਾ, ਹਰਨਾਮ ਸਿੰਘ, ਉਹ ਵੀ ਇਸ ਪੀਰੀਅਡ ਦੇ ਦਰਮਿਆਨ ਜਿਹੜਾ ਵਾ ਕ੍ਰਿਸਚਨ ਬਣ ਜਾਂਦਾ ਹੈਗਾ ਤੇ ਕ੍ਰਿਸਚੈਨਿਟੀ ਲਈ ਫਿਰ ਲਗਾਤਾਰ ਪ੍ਰਚਾਰ ਕਰਦਾ ਹੈਗਾ। ਜਿਹੜੀਆਂ ਬ੍ਰਾਂਚਾਂ ਇਹਨਾਂ ਨੇ ਖੋਲੀਆਂ ਸੀਗੀਆਂ, ਉਹਨੂੰ ਐਡਮਿਨਿਸਟ੍ਰੇਟਰ ਬਣਾਇਆ ਜਾਂਦਾ ਹੈਗਾ। ਇਹ ਆਪਣੇ ਆਪ ਦੇ ਵਿੱਚ ਬੜੀ ਹਿਰਦੇ ਵੇਦੇ ਘਟਨਾ ਸੀ ਕਿ ਆਪਣਾ ਇੱਕ ਚਿਹਰੇ ਮੋਹਰੇ ਵਾਲੇ ਸਿੱਖ ਚਿਹਰੇ ਵਾਲੇ, ਤੁਸੀਂ ਕੱਲ ਜ਼ਿਕਰ ਕੀਤਾ ਸੀਗਾ ਕਿ ਸਾਡੇ ਸਿੱਖ ਕਰੈਕਟਰਾਂ ਨੂੰ ਇਦਾਂ ਵਰਤਿਆ ਜਾਂਦਾ, ਉਸ ਸਮੇਂ ਵੀ ਇਹ ਵਰਤਾਰਾ ਚੱਲ ਰਿਹਾ ਸੀਗਾ। ਸੋ ਕਿਸੇ ਤਰ੍ਹਾਂ ਲਾਲਚ ਦੇ ਕੇ, ਜੋ ਵੀ ਆਪਾਂ ਕਹਿ ਲਈਏ, ਹੱਥ ਕੰਡੇ ਵਰਤ ਕੇ ਸਿੱਖਾਂ ਦੇ ਜਿਹੜੇ ਚਿਹਰੇ ਮੇਰੇ ਵਾਲੇ ਲੋਕਾਂ ਨੂੰ ਕ੍ਰਿਸਚੈਨਿਟੀ ਦੇ ਵਿੱਚ ਲਿਜਾਇਆ ਗਿਆ। ਉਸ ਤੋਂ ਬਾਅਦ ਇੱਕ ਮੈਂ ਤੁਹਾਨੂੰ ਹੋਰ ਇੱਕ ਘਟਨਾ ਦੱਸੂਗਾ ਕਿ ਪੰਡਤ ਸ਼ਰਧਾ ਰਾਮ ਫਲੋਰੀ ਸੀਗਾ, ਜਿਹੜਾ ਅੰਗਰੇਜ਼ਾਂ ਵੱਲੋਂ ਉਹਨੂੰ ਸਿੱਖ ਇਤਿਹਾਸ ਲਿਖਣ ਦੇ ਲਈ ਲਾਇਆ ਗਿਆ ਸੀਗਾ। ਉਸ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਖਿਲਾਫ ਕੁਝ ਇਤਰਾਜ਼ਯੋਗ ਟਿੱਪਣੀਆਂ ਇਦਾਂ ਦੀਆਂ ਕੀਤੀਆਂ ਜਾਂਦੀਆਂ ਜਿਹੜੀਆਂ ਕਿ ਬਰਦਾਸ਼ਤਯੋਗ ਨਹੀਂ ਸੀਗੀਆਂ। ਇਹ ਵੀ ਇੱਕ ਸਿੱਖਾਂ ਅੰਗਰੇਜ਼ਾਂ ਦਾ ਇੱਕ ਬੜਾ ਵੱਡਾ, ਆਪਾਂ ਕਹਿ ਸਕਦੇ ਹਾਂ ਕਿ ਉਸ ਸਮੇਂ ਸਾਜ਼ਿਸ਼ ਸੀ ਕਿ ਸਿੱਖਾਂ ਦੇ ਇਤਿਹਾਸ ਨੂੰ ਇਸ ਤਰ੍ਹਾਂ ਆਪਣੇ ਮੁਤਾਬਕ ਤੋੜ ਮਰੋੜ ਕੇ ਪੇਸ਼ ਕੀਤਾ ਜਾਵੇ। ਇਹ ਜਦੋਂ ਸਾਰੀਆਂ ਘਟਨਾਵਾਂ ਵਾਪਰੀਆਂ ਤੇ ਫਿਰ ਇਹਨਾਂ ਗੱਲਾਂ ਦਾ ਜਵਾਬ ਦੇਣ ਵਾਸਤੇ, ਵਿਚਾਰਧਾਰਕ ਤੌਰ ਤੇ ਜਵਾਬ ਦੇਣ ਵਾਸਤੇ 1873 ਦੇ ਕਰੀਬ ਫਰਵਰੀ ਦੇ ਵਿੱਚ ਠਾਕਰ ਸਿੰਘ ਸੰਧਾਵਾਲੀਆ, ਗਿਆਨੀ ਗਿਆਨ ਸਿੰਘ ਹੋਣੀ, ਹੋਰ ਭਾਈ ਗੁਰਮੁਖ ਸਿੰਘ ਹੋਣੀ, ਇਹਨਾਂ ਨੇ ਰਲ ਕੇ ਜਿਹੜੀ ਸਿੰਘ ਸਭਾ ਬਣਾਈ ਸੀ। ਸਿੰਘ ਸਭਾ ਨੇ ਅੱਗੋਂ ਬੜੀ, ਮੈਂ ਕਹਾਂ ਕਿ ਤਤਪਰਤਾ ਦੇ ਨਾਲ ਨਿਸ਼ਕਾਮ ਸੇਵਾ ਕੀਤੀ। ਭਾਈ ਗੁਰਮੁਖ ਸਿੰਘ ਹੋਣਾ ਨੇ ਪੰਜਾਬੀ ਦੀ ਅੱਗੇ ਪ੍ਰਚਾਰ ਪ੍ਰਸਾਰ ਵਾਸਤੇ ਨਿਸ਼ਕਾਮ ਸੇਵਾ ਕੀਤੀ, ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਪੜ੍ਹਾਉਣ ਵਾਸਤੇ।
ਸੋ ਇਹ ਜਿਹੜੇ ਲੋਕ ਸੀਗੇ, ਮੈਂ ਕਹਾਂ ਕਿ ਸੰਸਥਾ ਦੇ ਰੂਪ ਵਿੱਚ ਵਿਚਰੇ। ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲਜ, ਲਾਹੌਰ ਦੇ ਵਿੱਚ ਸਾਰੀਆਂ ਸੰਸਥਾਵਾਂ ਸਥਾਪਿਤ ਕਰਨੀਆਂ। ਇਹਨਾਂ ਨੇ ਆਪਣੇ ਆਪ ਨੂੰ ਇੱਕ ਵਿਚਾਰਧਾਰਾ ਤੋਂ ਟਾਕਰਾ ਦਿੱਤਾ ਜਦੋਂ ਆਰੀਆ ਸਮਾਜ ਨੇ ਇਹ ਗੱਲ ਕਹੀ ਕਿ ਹਿੰਦੂ ਸਿੱਖ ਜਿਹੜੇ ਆ ਹਿੰਦੂ ਹੀ ਨੇ। ਉਹਦੇ ਜਵਾਬ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਹੋਣਾ ਨੇ ਕਿਤਾਬ ਲਿਖੀ ਸੀ, ਮੈਂ ਹਿੰਦੂ ਨਹੀਂ, ਸਿੱਖ ਹਿੰਦੂ ਨਹੀਂ। ਸੋ ਇਹ ਗੱਲਾਂ ਪਰਸਪਰ ਆਪੋ ਵਿੱਚ ਇੰਨੀਆਂ ਵਿਚਾਰਧਾਰਕ ਟਕਰਾਅ ਸੀਗਾ ਕਿ ਸਿੱਖ, ਮੈਂ ਕਹਾਂ ਕਿ ਜਦੋਂ ਰਾਜ ਭਾਗ ਸਿੱਖਾਂ ਦਾ ਚੱਲ ਗਿਆ ਤਾਂ ਉਹ ਆਪਣੀ ਹੋਂਦ ਲਈ ਲੜ ਰਹੇ ਸੀ, ਆਪਣੀ ਪਹਿਚਾਣ ਦੇ ਲਈ ਲੜ ਰਹੇ ਸੀਗੇ। ਇੱਥੇ ਜਦੋਂ ਸਿੱਖ ਰਾਜ ਸੀਗਾ ਉਦੋਂ ਬੋਲ ਵਾਲੇ ਸੀਗੇ, ਹਰ ਇੱਕ ਸੀਗਾ। ਇੱਥੋਂ ਪਤਾ ਲੱਗਦਾ ਹੈਗਾ ਕਿ ਜਿਨ੍ਹਾਂ ਲੋਕਾਂ ਦਾ ਰਾਜ ਹੁੰਦਾ, ਧਰਮ ਵੀ ਉਹੀ ਬਲਦਾ ਫੁੱਲਦਾ, ਜਦੋਂ ਕਿ ਇਹ ਚਾਹੀਦਾ ਨਹੀਂ ਹੈਗਾ। ਜਦੋਂ ਸਿੱਖ ਰਾਜ ਸੀਗਾ ਉਦੋਂ ਇਕੱਲਾ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਨਹੀਂ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਸਰਬ ਧਰਮ ਦੀ ਗੱਲ ਕੀਤੀ, ਮਸਜਿਦਾਂ ਨੂੰ ਵੀ ਪੈਸਾ ਦਿੱਤਾ, ਮੰਦਿਰ ਵੀ ਬਹੁਤ ਸਾਰੇ ਬਣਵਾਏ, ਮਸਜਿਦਾਂ ਬਣਾਈਆਂ, ਕਿਉਂਕਿ ਉਹਨਾਂ ਦੇ ਰਾਜ ਭਾਗ ਦਾ ਜਿਹੜਾ ਮੰਤਰੀ ਮੰਡਲ ਸੀਗਾ ਉਹਦੇ ਵਿੱਚ ਵੀ ਬਰਾਬਰ ਰੂਪ ਸਾਰੇ ਪ੍ਰਾਧਿਨਤਾ ਦਿੱਤੀ ਗਈ ਸੀ। ਪਰ ਜਿਉਂ ਸਿੱਖ ਰਾਜ ਗਿਆ ਉਸ ਤੋਂ ਬਾਅਦ ਇਹ ਵੱਡੇ ਵਿਚਾਰਧਾਰਕ ਹਮਲੇ ਜਿਹੜੇ ਹੋਏ, ਉਹਦਾ ਜਵਾਬ ਦੇਣ ਵਾਸਤੇ ਜਿਹੜੀ ਸਿੰਘ ਸਭਾ ਲਹਿਰ ਸੀਗੀ ਉਹ ਖੜੀ ਹੋਈ ਸੀਗੀ, ਜਿਹੜੀ ਬੜਾ ਲੰਬਾ ਸਮਾਂ ਜਿਹੜਾ ਉਹਦੇ ਵਿੱਚ ਜਿੰਨੇ ਭਾਈ ਗਿਆਨੀ ਗਿਆਨ ਸਿੰਘ ਹੋਣੀ ਸੀਗੇ ਜਾਂ ਹੋਰ ਵੀ ਸਾਡੇ ਜਿਹੜੇ ਪੁਰਖੇ ਸੀਗੇ, ਭਾਈ ਗੁਰਮੁਖ ਸਿੰਘ ਹੋਣੀ ਵਰਗੇ, ਉਹਨਾਂ ਨੇ ਬੜੀ ਨਿਸ਼ਕਾਮ ਸੇਵਾ ਕੀਤੀ ਤੇ ਇਸ ਵਿਚਾਰਧਾਰਾ ਦਾ ਡਟ ਕੇ ਵਿਰੋਧ ਕੀਤਾ। ਮਤਲਬ ਵੀ ਅੱਜ ਵੀ ਵੱਖ-ਵੱਖ ਕਾਲਜ ਇਹਨਾਂ ਨੇ ਖੋਲ ਦਿੱਤੇ ਨੇ, ਸਕੂਲ, ਬੜੇ ਵੱਡੇ ਸਕੂਲ ਖੋਲ ਦਿੱਤੇ ਨੇ ਜੋ ਕਿ ਹੋਰ ਸੰਸਥਾਵਾਂ ਇਹਨਾਂ ਦੇ ਬਰਾਬਰ ਨਹੀਂ ਖੋਲ ਸਕੀਆਂ। ਤੇ ਅੱਜ ਵੀ ਇਹ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਿਹੜੀ ਆਪਣੀ ਸਿੱਖਿਆ ਦੇ ਮੁਤਾਬਕ ਚਲਾਉਂਦੇ ਨੇ ਤੇ ਕਾਲਜਾਂ ਦੇ ਵਿੱਚ। ਤੇ ਮੇਰਾ ਅਗਲਾ ਸਵਾਲ ਇਹ ਹੋਏਗਾ ਜੀ, 1947 ਦੇ ਵਿੱਚ, 1947 ਤੋਂ ਪਹਿਲਾਂ ਜਿਹੜਾ ਆਪਣਾ ਸਾਂਝਾ ਪੰਜਾਬ ਸੀਗਾ, ਸਾਰੇ ਜਿਹੜੇ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਇੱਕ ਦੂਜੇ ਨਾਲ ਰਲ ਕੇ ਰਹਿੰਦੇ ਹੁੰਦੇ ਸੀਗੇ ਤੇ ਅੰਗਰੇਜ਼ਾਂ ਕੋਲ। ਤੇ ਉਸ ਸਮੇਂ ਜਿਹੜਾ ਈਸਾਈ ਮੱਤ ਸੀਗੀ ਵੀ ਉਸ ਸਮੇਂ ਵੀ ਈਸਾਈ ਮੱਤ ਇਸੇ ਤਰ੍ਹਾਂ ਹੀ ਪ੍ਰਚਾਰ ਕਰਦਾ ਸੀ। ਤੇ ਜਿਹੜਾ ਅੱਜ ਦਾ ਸਮਾਂ ਆਪਾਂ ਦੇਖਦੇ ਹਾਂ, ਭਾਰਤ ਨੂੰ ਲਾ ਲਓ ਚਾਹੇ ਪੂਰੇ ਪੰਜਾਬ ਨੂੰ ਲਾ ਲਓ, ਵੀ ਉਸ ਸਮੇਂ ਦੇ ਵਿੱਚ 1947 ਤੋਂ ਪਹਿਲਾਂ ਤੇ ਅੱਜ ਦੇ ਵਿੱਚ ਕੀ ਫਰਕ ਆ ਈਸਾਈ ਮੱਤ ਦੇ ਪ੍ਰਚਾਰ ਦਾ, ਵੀ ਅੱਜ ਕੀ ਫਰਕ ਪੈ ਰਿਹਾ ਸਾਨੂੰ? ਤੇ ਪਹਿਲਾਂ ਵੀ ਇਸੇ ਤਰ੍ਹਾਂ ਹੀ ਪ੍ਰਚਾਰ ਚੱਲਦਾ ਸੀ ਇਹਨਾਂ ਦਾ, ਲੋਕਾਂ ਨੂੰ ਗੁੰਮਰਾਹ ਕਰਨਾ ਜਾਂ ਲੋਕਾਂ ਨੂੰ ਇਸੇ ਤਰ੍ਹਾਂ ਹੀ ਪਖੰਡਵਾਦ ਦੇ ਵਿੱਚ ਲਿਆ ਕੇ ਆਪਣੇ ਨਾਲ ਜੋੜਨਾ। ਜੀ ਮੈਂ ਤੁਹਾਨੂੰ ਇੱਥੇ, ਤੁਹਾਡਾ ਸਵਾਲ ਬਹੁਤ ਵਧੀਆ ਸਵਾਲ ਹੈ ਰਾਜਵੀਰ ਜੀ। ਇਹ ਕਾਫੀ ਕੁਝ ਫਰਕ ਆ ਉਸ ਗੱਲ ਦੇ ਵਿੱਚ ਤੇ ਅੱਜ ਦੇ ਵਿੱਚ। ਉਸ ਸਮੇਂ ਜਿਹੜਾ ਅੰਗਰੇਜ਼ੀ ਸਾਮਰਾਜ ਸੀਗਾ, ਉਹਦੀ ਸਰਕਾਰ ਸੀਗੀ ਇੱਥੇ ਹਿੰਦੁਸਤਾਨ ਦੇ ਵਿੱਚ ਸਾਂਝੇ ਰੂਪ ਦੇ ਵਿੱਚ, ਜਿੰਨਾ ਵੀ ਇਹ ਖੇਤਰ ਸੀਗਾ, ਖਾਲਸਾ ਰਾਜ ਦਾ ਇੱਕ ਵੱਡਾ ਜਿਹੜਾ ਹਿੱਸਾ ਸੀਗਾ ਉਹਦੇ ਉੱਪਰ ਜਦੋਂ ਕਾਬਜ ਹੋਏ, ਇਹਨਾਂ ਦੀ ਆਪਣੀ ਸਰਕਾਰ ਸਥਾਪਿਤ ਹੋਈ ਸੀ। ਸੋ ਉਸ ਸਮੇਂ ਇਹਨਾਂ ਦੀਆਂ ਨੀਤੀਆਂ ਵੀ ਕੁਝ ਵੱਖਰੀਆਂ ਸੀਗੀਆਂ, ਸਰਕਾਰੀ ਨੀਤੀਆਂ ਸੀਗੀਆਂ ਕੁਝ, ਜਿਹਦੇ ਤਹਿਤ ਇਹ ਉਹਨਾਂ ਨੂੰ ਪ੍ਰਮੋਟ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਕ੍ਰਿਸਚੈਨਿਟੀ ਪ੍ਰਤੀ ਝੁਕਾਅ, ਜਿਹਨੂੰ ਇਹਨਾਂ ਨੂੰ ਲੱਗਦਾ ਸੀਗਾ ਅਸੀਂ ਇਹਨਾਂ ਨੂੰ ਇੱਥੇ ਇਸ ਪਾਸੇ ਲਿਆ ਸਕਦੇ ਹਾਂ, ਠੀਕ ਹੈ ਨਾ। ਮੈਂ ਸਿੱਧੇ ਤੌਰ ਤੇ ਕਹਾਂ ਕਿ ਉਦੋਂ ਆ ਜਿਹੜਾ ਇੰਨਾ ਪਖੰਡਵਾਦ ਜਿਹੜਾ ਹੁਣ ਇਹ ਸ਼ੁਰੂ ਕੀਤਾ ਇਹਨਾਂ ਨੇ, ਉਸ ਸਮੇਂ ਨਹੀਂ ਸੀਗਾ। ਉਦੋਂ ਉਹਨਾਂ ਦਾ ਪ੍ਰਚਾਰ ਕਰਨ ਦਾ ਇੱਕੋ ਤਰੀਕਾ ਤੇ ਮਨੋਰਥ ਵੀ ਇਹ ਸੀਗਾ ਕਿ ਲਗਭਗ ਇਹ ਜਿਹੜੇ ਲੋਕ ਹੈਗੇ ਆ, ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰੀਏ, ਵੱਧ ਤੋਂ ਵੱਧ ਇੱਥੇ ਇਸ ਤਰ੍ਹਾਂ ਪ੍ਰਚਾਰ ਕਰੀਏ ਕਿ ਸਾਨੂੰ ਕੋਈ ਚੁਣੌਤੀ ਜਿਹੜੀ ਹੈਗੀ ਆ ਉਹ ਨਾ ਖੜੀ ਹੋਵੇ, ਖਾਸ ਕਰਕੇ ਉਹਨਾਂ ਕੌਮਾਂ ਵੱਲੋਂ ਜਿਹੜੀਆਂ ਕੌਮਾਂ ਦਾ ਜਿਹੜਾ ਵਿਰਸਾ ਜਿਹੜਾ ਅਮੀਰ ਹੈਗਾ ਆ, ਜ਼ੁਲਮ ਦੇ ਖਿਲਾਫ ਲੜਨ ਵਾਲਾ ਹੈਗਾ ਆ। ਸੋ ਉਹੀ ਕਾਰਨ ਸੀਗਾ ਕਿ ਉਹਨਾਂ ਦੀਆਂ ਕੁਝ ਸਰਕਾਰੀ ਨੀਤੀਆਂ ਜਿਹੜੀਆਂ ਸੀਗੀਆਂ, ਉਦੋਂ ਮਨੋਰਥ ਵੀ ਵੱਖਰਾ ਸੀਗਾ ਤੇ ਪਰ ਕੰਮ ਕਰਨ ਦਾ ਤਰੀਕਾ ਵੀ ਵੱਖਰਾ ਸੀਗਾ। ਹਾਲਾਂਕਿ ਬਹੁਤ ਸਮੇਂ ਉਹਨਾਂ ਨੇ ਉਸ ਸਮੇਂ ਐਸਟੈਬਲਿਸ਼ਮੈਂਟ ਕੀਤੀ ਜਿਹੜੀਆਂ ਸੰਸਥਾਵਾਂ ਦੀ, ਉਹਨਾਂ ਨੇ ਕਈ ਸਾਲਵੇਸ਼ਨ ਆਰਮੀ ਖੋਲੀਆਂ, ਕਈ ਉਹਨਾਂ ਨੇ ਸਾਲਵੇਸ਼ਨ ਆਰਮੀ ਤੋਂ ਭਾਵ ਸੀਗਾ ਕਿ ਹੈਗਾ ਤੇ ਉਹੀ ਸੀਗਾ ਕਿ ਉਹਨਾਂ ਨੂੰ ਉੱਥੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਸੀਗੀਆਂ। ਇਸੇ ਤਰ੍ਹਾਂ ਹੀ ਜਿਹੜੇ ਚਰਚਾਂ ਦੇ ਜਿਹੜੇ ਹੈਗੀ ਸੀ ਇੰਸਟੀਟਿਊਸ਼ਨ ਇਦਾਂ ਦੀਆਂ ਖੋਲ੍ਹੀਆਂ ਗਈਆਂ, ਖਾਸ ਕਰਕੇ ਕਾਲਜ ਖੋਲ੍ਹੇ ਗਏ ਜਿਹਦੇ ਵਿੱਚ ਕ੍ਰਿਸਚੈਨਿਟੀ ਦਾ ਪ੍ਰਚਾਰ ਕੀਤਾ ਗਿਆ। ਜਦੋਂ ਤੁਸੀਂ ਇੱਕ ਗੱਲ ਸੋਚੋ ਕਿ ਜਿਹੜੇ ਮੂਲ ਦੇ ਵਿੱਚੋਂ ਕੋਈ ਸੰਸਥਾ ਪੈਦਾ ਹੋਊਗੀ ਉਸ ਮਨੋਰਥ ਨਾਲ ਕੰਮ ਕਰਦੀ ਆ। ਜੇ ਖਾਲਸਾ ਕਾਲਜ ਆ ਤੇ ਉੱਥੇ ਆਪਣੇ ਆਪ ਸਿੱਖੀਜ਼ਮ ਦੀ ਗੱਲ ਚੱਲੂਗੀ। ਜੇ ਕੋਈ ਕ੍ਰਿਸਚਨ ਕਾਲਜ ਖੁੱਲਿਆ ਹੈਗਾ ਤੇ ਉਹ ਉਹਨਾਂ ਦੀ ਇੱਕ ਪਾਲਿਸੀ ਹੁੰਦੀ ਆ ਅਦਾਰੇ ਦੀ, ਉਸ ਪਾਲਿਸੀ ਮੁਤਾਬਕ ਚੱਲਣਗੇ। ਲੇਕਿਨ ਅੱਜ ਦੇ ਸਮੇਂ ਦੇ ਵਿੱਚ ਕੀ ਆ, ਅੱਜ ਦੇ ਸਮੇਂ ਦੇ ਵਿੱਚ ਸਮੇਂ ਦੇ ਹਿਸਾਬ ਨਾਲ ਜੋ ਪੰਜਾਬ ਦੀ ਮੈਂ ਪਾਰਟੀਕੂਲਰ ਹੁਣ ਗੱਲ ਕਰੂੰਗਾ ਕਿ ਪੰਜਾਬ ਦੇ ਵਿੱਚ ਜਿਹੜੀ ਆਰਥਿਕ ਹਾਲਾਤ ਹੈਗੇ ਆ ਲੋਕਾਂ ਦੇ,
ਆਮ ਲੋਕਾਂ ਦੇ, ਪੰਜਾਬ ਦੇ ਸਿਰ ਚੜਿਆ ਹੋਇਆ ਇੰਨੀ ਵੱਡੀ ਪੱਧਰ ਤੇ ਕਰਜ਼ਾ ਤੇ ਸਰਕਾਰਾਂ ਦੀ ਬੇਈਮਾਨੀ, ਜਿਹੜੇ ਸਾਡੇ ਲੀਡਰ ਹੈਗੇ ਆ ਉਹਨਾਂ ਦੀ ਬੇਈਮਾਨੀ, ਧਾਰਮਿਕ ਲੀਡਰਾਂ ਦੀ ਬੇਈਮਾਨੀ, ਰਾਜਸੀ ਲੀਡਰਾਂ ਦੀ ਬੇਈਮਾਨੀ, ਉਹਨੇ ਤੇ ਕੇਂਦਰ ਸਰਕਾਰ ਦੀ ਜਿਹੜੀ ਹੈਗੀ ਆ ਕਾਣੀ ਵੰਡ ਤੇ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਵਿਤਕਰੇ ਭਰੀ ਨੀਤੀ ਹੈਗੀ ਆ ਜਿਹੜੀ ਪੰਜਾਬ ਪ੍ਰਤੀ, ਉਹਨੇ ਪੰਜਾਬ ਨੂੰ ਇੱਥੇ ਖੜਾ ਕਰ ਦਿੱਤਾ ਹੈਗਾ ਆਰਥਿਕ ਤੌਰ ਤੇ ਕਿ ਬਹੁਤ ਸਾਰੇ ਲੋਕ ਆਪਣੀਆਂ ਜਿਹੜੀਆਂ ਲੋੜਾਂ ਪੂਰੀਆਂ ਕਰਨ ਦੇ ਵੀ ਸਮਰੱਥ ਨਹੀਂ ਹੈਗੇ। ਉਹ ਕੰਮ ਕਰਨਾ ਚਾਹੁੰਦੇ ਆ ਲੇਕਿਨ ਉਹਨਾਂ ਨੂੰ ਕੰਮ ਕਰਨ ਦੇ ਲਈ ਕੋਈ ਮੌਕਾ ਨਹੀਂ ਹੈਗਾ। ਇਹੋ ਜਿਹੇ ਲੋਕਾਂ, ਕਈ ਲੋਕ ਇਦਾਂ ਦੇ ਵੀ ਹੈਗੇ ਆ ਹਾਲਾਤਾਂ ਦੇ ਨਾਲ ਲੜਦੇ ਹੋਏ, ਜਿਹੜੇ ਚਾਹੁੰਦੇ ਹੈਗੇ ਆ ਕਿ ਸਾਡੀ ਕੋਈ ਬਾਹ ਫੜੇ, ਸਾਨੂੰ ਕੋ ਅੱਗੇ ਲੈ ਕੇ ਜਾਵੇ। ਲੇਕਿਨ ਅਫਸੋਸ ਵਾਲੀ ਗੱਲ ਹੈ ਕਿ ਸਾਡੀਆਂ ਜਿਹੜੀਆਂ ਵੱਡੀਆਂ ਸੰਸਥਾਵਾਂ ਆ ਉਹਨਾਂ ਦੀ ਸਾਰ ਨਹੀਂ ਲੈਂਦੀਆਂ। ਦੂਜੇ ਪਾਸੇ ਜਿਹੜੇ ਕ੍ਰਿਸਚੈਨਿਟੀ ਦਾ ਏਜੰਡਾ ਹੈਗਾ ਆ ਉਹ ਇਦਾਂ ਦਾ ਹੈਗਾ ਆ ਕਿ ਉਹ ਇਹਨਾਂ ਲੋਕਾਂ ਦੀ ਬੜੇ ਪਲੈਨਿੰਗ ਦੇ ਨਾਲ, ਪ੍ਰੋਪੇਗੰਡੇ ਦੇ ਨਾਲ ਪਹਿਚਾਣ ਕਰਦੇ ਆ। ਪਿੰਡਾਂ ਦੇ ਵਿੱਚ ਜਾ ਕੇ, ਸਾਰੇ ਸ਼ਹਿਰਾਂ ਦੇ ਵਿੱਚ ਜਾ ਕੇ ਪਹਿਚਾਣ ਕਰਕੇ ਉਹਨਾਂ ਤੱਕ ਅਪਰੋਚ ਕਰਦੇ ਆ। ਫਿਰ ਉਹਨਾਂ ਦੀ ਜਿਹੜੀ ਆਰਥਿਕ ਮਜਬੂਰੀ ਹੈਗੀ ਆ ਉਹਨਾਂ ਦਾ ਨਜਾਇਜ਼ ਫਾਇਦਾ ਉਠਾਉਂਦੇ ਆ। ਹਾਲਾਂਕਿ ਮੈਂ ਇਹ ਨਹੀਂ ਮੰਨਦਾ ਕਿ ਹਰ ਸਿੱਖ ਜਿਹੜਾ ਹੈਗਾ ਇਸ ਤਰ੍ਹਾਂ ਸੋਚਦਾ ਹੈਗਾ। ਹਰ ਸਿੱਖ ਦਾ ਆਪਣਾ ਇੱਕ ਵਿਸ਼ਵਾਸ ਆ, ਸਿੱਖੀ ਦੇ ਵਿੱਚ ਬੜਾ ਅਟੱਲ ਹੈ। ਲੇਕਿਨ ਫਿਰ ਵੀ ਮੈਂ ਤੁਹਾਨੂੰ ਇਹ ਗੱਲ ਕਰੂੰਗਾ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਬਰਗਲਾ ਕੇ ਇਦਾਂ ਦੇ ਗੱਲਾਂ, ਆਪਣਾ ਜਿਹੜਾ ਪਖੰਡਵਾਦ ਹੈਗਾ ਇਹਨਾਂ ਨੇ ਕਈ ਪੀੜ੍ਹੀਆਂ ਸਥਾਪਿਤ ਕੀਤੀਆਂ। ਉਹਦੇ ਬਾਰੇ ਤੁਸੀਂ ਜਾਣਦੇ ਹੋ, ਤੁਸੀਂ ਪੰਜਾਬ ਦੀ ਧਰਤੀ ਦੇ ਨਾਲ ਵਿਚਰ ਵੀ ਰਹੇ ਹੈਗੇ ਹੋ, ਇਹਦੇ ਬਾਰੇ ਤੁਸੀਂ ਵੀ ਥੋੜਾ ਦੱਸ ਸਕਦੇ ਜੇ ਵੀ ਅੱਜ ਦੀ ਡੇਟ ਦੇ ਵਿੱਚ ਇਹਨਾਂ ਨੇ ਜਿਹੜਾ ਆਰਥਿਕ ਲੋਕਾਂ ਦੇ ਜਿਹੜੇ ਹਾਲਾਤ ਹੈਗੇ ਆ ਉਹਨਾਂ ਦੀ ਮਜਬੂਰੀ ਹਮੇਸ਼ਾ ਉਠਾਈ ਆ, ਪਹਿਲਾਂ ਵੀ ਉਠਾਈ ਸੀ, ਲੇਕਿਨ ਅੱਜ ਵੱਡੀ ਪੱਧਰ ਤੇ ਇਹ ਕੰਮ ਹੋ ਰਿਹਾ ਆ। ਜਿਹੜੀ ਕਿ ਪ੍ਰੈਸ ਕਾਨਫਰੰਸ ਪਿੱਛੇ ਜੇ ਤੁਹਾਨੂੰ ਇਹ ਪਤਾ ਹੋਣਾ ਕਿ ਬੀਬੀ ਨੇ ਕੀਤੀ ਸੀਗੀ ਲੁਧਿਆਣੇ ਦੇ ਵਿੱਚ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, ਉੱਥੇ ਉਹਨੇ ਬੜੇ ਵੱਡੇ ਦੋਸ਼ ਲਾਏ ਹੈਗੇ ਸੀ ਕਿ ਸਾਡੇ ਕੁਝ ਪਰਿਵਾਰਕ ਮੈਂਬਰ ਹੈਗੇ ਪਹਿਲਾਂ ਕ੍ਰਿਸਚੈਨਿਟੀ ਜਾ ਰਹੇ ਆ, ਹੁਣ ਮੇਰੇ ਤੇ ਵੀ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਮੈਂ ਕ੍ਰਿਸਚੈਨਿਟੀ ਜਾਵਾਂ ਜਾਂ ਉਹ ਮੇਰੇ ਜਿਹੜੀ ਸਿੱਖੀਜ਼ਮ ਦੀ ਜਿਹੜੀ ਮੈਂ ਮੰਨਦੀ ਹੈਗੀ ਆ, ਜਿਹੜਾ ਮੈਂ ਨਿਤਨੇਮ ਕਰਦੀ ਹਾਂ, ਉਹਨੂੰ ਪਸੰਦ ਨਹੀਂ ਕੀਤਾ ਜਾਂਦਾ। ਭਾਵ ਇੱਕ ਮੈਂਬਰ ਜੇ ਰਹਿ ਗਿਆ ਤਾਂ ਉਹਨੂੰ ਵੀ ਮਜਬੂਰ ਕੀਤਾ ਜਾ ਰਿਹਾ। ਸੋ ਇਦਾਂ ਦੀਆਂ ਨੀਤੀਆਂ ਜਿਹੜੀਆਂ ਵਰਤੀਆਂ ਜਾ ਰਹੀਆਂ ਕ੍ਰਿਸਚੈਨਿਟੀ ਦੇ ਵਿੱਚ ਅੱਜ ਜਿਹੜਾ ਹੈਗਾ, ਮੈਂ ਪਹਿਲਾਂ ਵੀ ਤੁਹਾਨੂੰ ਇਹ ਗੱਲ ਕਿਹਾ ਕਿ ਪ੍ਰਚਾਰ ਕੋਈ ਕਰ ਸਕਦਾ ਹੈ। ਸਾਡੇ ਸਿੱਖੀਜ਼ਮ ਤੋਂ ਇਹ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਅਮਰੀਕਾ ਦੇ ਵਿੱਚ ਗੋਰੇ ਸਿੱਖ ਬਣੇ ਆ, ਹਾਂਜੀ, ਤੇ ਪਰ ਉਹਨਾਂ ਨੂੰ ਕਿਸੇ ਨੇ ਏਜੰਡਾ ਨਹੀਂ ਦਿੱਤਾ, ਕੋਈ ਲਾਲਚ ਨਹੀਂ ਦਿੱਤਾ। ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੰਗਲਿਸ਼ ਦੇ ਵਿੱਚ ਪੜ੍ਹਿਆ, ਇੰਗਲਿਸ਼ ਦੇ ਸਾਡਾ ਲਿਟਰੇਚਰ ਪੜ੍ਹਿਆ, ਤੇ ਜਦੋਂ ਉਹਨਾਂ ਨੇ ਪੜ੍ਹਿਆ, ਸਾਡਾ ਅਮੀਰ ਵਿਰਸਾ ਪੜ੍ਹਿਆ, ਤੋਂ ਪ੍ਰਭਾਵਿਤ ਹੋਏ ਤੋਂ ਸਿੱਖ ਬਣੇ ਹੈਗੇ ਆ, ਹਾਂਜੀ। ਦੂਜੇ ਪਾਸੇ ਬਹੁਤ ਸਾਰੀਆਂ ਕ੍ਰਿਸਚੈਨਿਟੀ ਦੇ ਵਿੱਚ ਇਦਾਂ ਦੀਆਂ ਤਾਕਤਾਂ ਕੰਮ ਕਰ ਰਹੀਆਂ ਇੰਡੀਆ ਦੇ ਵਿੱਚ, ਜਿਹੜੀਆਂ ਗਰੀਬ ਲੋਕਾਂ ਨੂੰ ਲਾਲਚ ਦੇ ਕੇ ਕਿਸੇ ਵੀ ਤਰ੍ਹਾਂ ਦੀ ਮਜਬੂਰੀ ਦਾ, ਹਾਲਾਤਾਂ ਦਾ ਨਜਾਇਜ਼ ਫਾਇਦਾ ਉਠਾ ਕੇ ਉਹਨਾਂ ਨੂੰ ਕ੍ਰਿਸਚੈਨਿਟੀ ਵੱਲ ਪ੍ਰੇਰਿਤ ਕਰ ਰਹੇ ਹੈਗੇ ਆ। ਪਖੰਡਵਾਦ ਵੱਲ ਮੈਂ ਕਹਾਂ, ਕ੍ਰਿਸਚੈਨਿਟੀ ਆਪਣੇ ਆਪ ਵਿੱਚ ਇੱਕ ਚੰਗਾ ਧਰਮ ਹੋ ਸਕਦਾ, ਪਰ ਕਈ ਪਖੰਡਵਾਦ ਜਿਹੜਾ ਪੈਦਾ ਕੀਤਾ ਜਾ ਰਿਹਾ ਉਹਦੇ ਵਿੱਚ ਉਹਨਾਂ ਨੂੰ ਪਾ ਰਿਹਾ। ਅਸਲ ਦੇ ਵਿੱਚ ਜਿਹੜੇ ਅਸਲ ਈਸਾਈ ਮਤ ਨਾਲ ਜੁੜੇ ਹੋਏ ਨੇ, ਤੁਸੀਂ ਬਾਹਰ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋ, ਉੱਥੇ ਵੀ ਚਰਚਾ ਹੈਗੀਆਂ ਨੇ, ਪਰ ਉਹ ਇਸ ਪਖੰਡਵਾਦ ਨੂੰ ਬਿਲਕੁਲ ਨਹੀਂ ਮੰਨਦੇ। ਜੀ ਉਹ ਵਿਰੋਧ ਕਰਦੇ ਨੇ। ਕਈ ਐਸੇ ਸਾਡੇ ਇੱਥੋਂ ਪੰਜਾਬ ਚੋਂ ਗਏ ਹੋਏ ਨੇ ਕ੍ਰਿਸਚਨ ਸਾਡੇ ਵੀਰ, ਉਹ ਇਸ ਚੀਜ਼ ਦਾ ਵਿਰੋਧ ਕਰਦੇ ਨੇ। ਇੱਕ ਵੀਰ ਜੀ ਨੇ ਬੜਾ ਸਮਾਂ ਵਿਰੋਧ ਵੀ ਕੀਤਾ ਚੈਨਲਾਂ ਦੇ ਉੱਤੇ ਵੀ ਇਹ ਬੰਦ ਹੋਣਾ ਚਾਹੀਦਾ, ਅਸੀਂ ਵੀ ਕ੍ਰਿਸਚਨ ਆ, ਪਰ ਇਹੋ ਜਿਹਾ ਪਖੰਡਵਾਦ ਸਾਡੀ ਬਾਈਬਲ, ਸਾਡਾ ਯਿਸੂ ਮਸੀਹ ਜੋ ਉਹਨਾਂ ਦੇ ਗੁਰੂ ਨੇ, ਉਹ ਇਹਨੂੰ ਨਹੀਂ ਮਾਨਤਾ ਦਿੰਦੇ। ਭਾਵ ਇਹੀ ਆ ਗਿਆ ਵੀ ਧਰਮ ਦੀ ਆੜ ਦੇ ਹੇਠ ਇੱਕ ਭੇਖ ਧਾਰਨ ਕਰਕੇ ਇੱਕ ਪਖੰਡਵਾਦ ਸ਼ੁਰੂ ਕੀਤਾ ਹੋਇਆ। ਤੇ ਆਪਾਂ ਕੁਝ ਹਫ਼ਤੇ ਪਹਿਲਾਂ ਦੇਖਿਆ ਹੋਵੇਗਾ, ਬੜਾ ਵੱਡਾ ਇੱਕ ਇਸ਼ੂ ਬਣਿਆ ਸੀਗਾ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ, ਇੱਕ ਈਸਾਈਆਂ ਵੱਲੋਂ ਬੜਾ ਵੱਡਾ ਇਕੱਠ ਕੀਤਾ ਗਿਆ ਸੀਗਾ। ਜੀ ਸ਼ਾਇਦ ਤੁਹਾਡੀ ਨੌਲੇਜ ਦੇ ਵਿੱਚ ਪਹਿਲੀ ਵਾਰ ਹੋਇਆ ਹੋਵੇ, ਪਰ ਮੈਂ ਆਪਣੀ ਨੌਲੇਜ ਦੇ ਵਿੱਚ ਇਹ ਪਹਿਲਾਂ ਵੀ ਦੇਖ ਚੁੱਕਿਆ। ਇੱਕ ਬਟਾਲੇ ਸਾਈਡ ਦੇ ਉੱਤੇ ਇੱਕ ਮੈਂ ਇਕੱਠ ਦੇਖਿਆ ਸੀਗਾ। ਉਸ ਤੋਂ ਬਾਅਦ ਕਈ ਸਾਲਾਂ ਬਾਅਦ ਅੱਜ ਇਹ ਬੜਾ ਵੱਡਾ ਇਕੱਠ ਕਰਨ ਦੇ ਵਿੱਚ ਕਾਮਯਾਬ ਹੋਏ ਨੇ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ। ਤੇ ਉਹਦੇ ਵਿੱਚ ਹੁਣ ਆਪਾਂ ਦੇਖਿਆ ਜਾਵੇ ਵੀ ਐਡਾ ਵੱਡਾ ਇਕੱਠ ਇੱਕ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਕੀਤਾ ਹੋਵੇ, ਉਹ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਸਾਨੂੰ? ਮੈਂ ਤੁਹਾਨੂੰ ਥੋੜਾ ਜਿਹਾ ਇਹਦੀ ਪਿੱਠ ਭੂਮੀ 'ਚ ਲੈ ਕੇ ਜਾਣਾ ਚਾਹੁੰਦਾ ਹੈਗਾ ਕਿ ਆਖਰਕਾਰ ਆਪਾਂ ਨੂੰ ਲੱਗਦਾ ਹੈਗਾ ਕਿ 5 ਲੱਖ ਦਾ ਇਕੱਠ ਹੋ ਗਿਆ ਇੱਥੇ, ਤੇ ਇਹ ਕੋਈ ਨਵੀਂ ਗੱਲ ਹੈਗੀ ਆ। ਮੈਂ ਤੁਹਾਨੂੰ ਕੋਈ ਡਾਟੇ ਸ਼ੇਅਰ ਕਰਨੇ ਚਾਹੂੰਗਾ ਕਿ ਜਿਹੜੇ ਬੜੇ ਸਨਸਨੀਖੇਜ਼ ਹੈਗੇ ਆ ਕਿ
ਆਖਰਕਾਰ ਪੂਰੇ ਜਿਹੜੇ ਈਸਟ ਵਾਲੇ ਸਟੇਟ ਹੈਗੇ ਉਧਰ ਕੀ ਹਾਲਾਤ ਹੈਗੇ, ਸਾਡੇ ਪੰਜਾਬ ਦੇ ਕੀ ਹਾਲਾਤ ਆ। ਜਦੋਂ ਅੰਗਰੇਜ਼ਾਂ ਦਾ ਪੰਜਾਬ ਦੇ ਵਿੱਚ ਕਬਜ਼ਾ ਹੋਇਆ ਸੀ, ਉਸ ਸਮੇਂ ਜਿਹੜੇ ਕ੍ਰਿਸਚਨ ਟਿੰਨ ਮੰਨਣ ਵਾਲੇ ਲੋਕ ਸੀਗੇ, ਕੁਛ ਇੱਕ ਸੀਗੇ, ਸੌਆਂ ਸੈਂਕੜਿਆਂ ਦੇ ਵਿੱਚ ਹੋਣਗੇ, ਜਾਂ ਕੁਛ ਇੱਕ ਆਪਾਂ ਕਹਿ ਸਕਦੇ ਸੀਗੇ। ਲੇਕਿਨ ਜਦੋਂ ਉਹਨਾਂ ਨੇ ਪੰਜਾਬ ਛੱਡਿਆ, ਆਪਾਂ ਕਹਿ ਸਕਦੇ ਜਦੋਂ 1947 ਦੇ ਵਿੱਚ ਇੱਥੋਂ ਗਏ ਆ, ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਮਿਲਾ ਕੇ 30 ਲੱਖ ਤੇ 30 ਤੇ 33 ਲੱਖ ਦੇ ਕਰੀਬ ਜਿਹੜਾ ਕ੍ਰਿਸਚੈਨਿਟੀ ਨੂੰ ਮੰਨਣ ਵਾਲੇ ਲੋਕ ਜਿਹੜੇ ਸੀਗੇ ਬਣ ਚੁੱਕੇ ਸੀਗੇ। ਇਹਦੇ ਵਿੱਚ ਜਿਹੜਾ ਜ਼ਿਆਦਾ ਹਿੱਸਾ ਸੀਗਾ ਉਹ ਪੰਜਾਬ ਪੱਛਮੀ ਪੰਜਾਬ ਵੱਲ ਚਲੇ ਗਿਆ, ਤੇ ਥੋੜਾ ਹਿੱਸਾ ਜਿਹੜਾ, ਕਿਉਂਕਿ ਪੰਜਾਬ ਆਪਣਾ ਰਹਿ ਹੀ ਸਾਰਾ ਪਾਕਿਸਤਾਨ ਵਿੱਚ ਗਿਆ ਆ। ਲੇਕਿਨ ਇਸ ਪੰਜਾਬ ਵੱਲ ਜਿਹੜੇ 47 ਦੇ ਵਿੱਚ ਇਹਨਾਂ ਦੀ ਗਿਣਤੀ ਸਿਰਫ 3.25 ਲੱਖ ਸੀ। ਸੋ ਲੁਕਵੇਂ ਏਜੰਡੇ 'ਚ ਕਿੱਦਾਂ ਕੰਮ ਕਰਦੇ ਹੈਗੇ ਆ ਕਿ ਲਗਾਤਾਰ ਜਿਹੜਾ ਇਹਨਾਂ ਨੇ ਪ੍ਰਚਾਰ ਕੀਤਾ ਹੈਗਾ ਆ। 1930 ਦੇ ਵਿੱਚ ਜਿਹੜੀ ਸੀਗੀ ਗਿਣਤੀ, ਕੁੱਲ ਗਿਣਤੀ ਸਾਰੀ 5 ਲੱਖ ਸੀਗੀ, 7% ਸੀਗੀ, 7% ਆਪਾਂ ਕਹਿ ਸਕਦੇ ਜਿਹੜੀ ਉਸ ਸਮੇਂ ਪੰਜਾਬ ਦੀ ਆਬਾਦੀ ਸੀਗੀ। ਲੇਕਿਨ ਏਡਾ ਜਿਹੜਾ ਸੀਗਾ ਇਹਨਾਂ ਦਾ ਪ੍ਰਚਾਰ ਦਾ ਇੱਕ ਤਰੀਕਾ ਸੀਗਾ, ਲੁਕਵੇਂ ਤਰੀਕੇ ਦੇ ਨਾਲ ਲਗਾਤਾਰ ਚੱਲਦਾ ਰਿਹਾ ਕਿ 1947 ਦੇ ਵਿੱਚ ਜਦੋਂ ਇਹ ਛੱਡ ਕੇ ਗਏ ਹੈਗੇ 5,11,000 ਟੋਟਲ ਜਿਹੜੇ ਸੀਗੇ, ਮੈਂ ਕਹਾਂ ਕਿ 6 ਲੱਖ ਦੇ ਕਰੀਬ ਬਣ ਜਾਂਦੇ ਹੈਗੇ ਆ ਕ੍ਰਿਸਚੈਨਿਟੀ ਨੂੰ ਮੰਨਣ ਵਾਲੇ ਸੀਗੇ। ਇਹ ਹੁਣ ਡਾਟੇ ਜਿਹੜੇ ਹੈਗੇ ਆ, ਜਿਹੜੇ ਕੇਰਲਾ ਵਾਲੀ ਸਾਈਡ ਦਾ ਤੁਸੀਂ ਦੇਖੋ, ਕੇਰਲਾ ਦੇ ਵਿੱਚ ਬਹੁਤ ਸਾਰੇ ਕ੍ਰਿਸਚੈਨਿਟੀ ਦਾ ਉੱਥੇ ਪ੍ਰਚਾਰ ਹੈਗਾ ਆ। ਜਿਹੜੀਆਂ ਉਧਰ ਦੀਆਂ ਜਿਹੜੀਆਂ ਸਟੇਟਾਂ ਹੈਗੀਆਂ ਨੇ, ਉਧਰ ਬੜੀ ਵੱਡੀ ਪੱਧਰ ਤੇ ਜਿਹੜਾ ਪ੍ਰਚਾਰ ਹੈਗਾ। ਨਾਗਾਲੈਂਡ, ਮਿਜ਼ੋਰਮ, ਮੇਘਾਲਿਆ, ਮਨੀਪੁਰ, ਜਿਹੜੀ ਆਬਾਦੀ ਜਿਹੜੇ ਡਾਟੇ ਹੈਗੇ ਹੈਰਾਨ ਕਰ ਦੇਣ ਵਾਲੇ, ਇਕੱਲੇ ਕੇਰਲਾ ਦੇ ਵਿੱਚ 18% ਦੀ ਆਬਾਦੀ ਜਿਹੜੀ ਹੈਗੀ ਆ ਉਹ ਕ੍ਰਿਸਚੈਨਿਟੀ ਦੀ ਆ। ਹਾਂਜੀ, 6.14 ਮਿਲੀਅਨ ਜਿਹੜੇ ਉੱਥੇ ਕ੍ਰਿਸਚਨ ਜਿਹੜੇ ਹੈਗੇ ਆ ਉਸ ਧਰਮ ਨੂੰ ਮੰਨਣ ਵਾਲੇ ਹੈਗੇ ਆ। ਹੁਣ ਤੁਸੀਂ ਕਿਹਾ ਕਿ ਇਕੱਠ ਕਿੱਦਾਂ ਹੋ ਗਿਆ ਇੰਨਾ ਜ਼ਿਆਦਾ, ਜਾਂ ਇਹਦੇ ਮਾਇਨੇ ਕੀ ਹੈਗੇ ਆ। ਤੁਸੀਂ ਬਹੁਤ ਸਾਰੇ ਦੇਖੇ ਹੋਣੇ ਕਿ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੀ ਵਿਚਾਰਧਾਰਾ ਨੂੰ ਥੋੜਾ ਜਿਹਾ ਪ੍ਰਭਾਵਸ਼ਾਲੀ ਤਰੀਕੇ ਨਾਲ ਅੱਗੇ ਵਧਾਉਣਾ ਹੋਵੇ, ਤੇ ਉਹ ਦੂਜੀਆਂ ਸਟੇਟਾਂ ਤੋਂ ਜਿਹੜਾ ਹੈਗਾ ਨਾ, ਇਹ ਗੱਲ ਇਹਨਾਂ ਦੀ ਵੀ ਚੱਲਦੀ ਹੈਗੀ, ਆਰਐਸ ਦੀ ਵੀ ਚੱਲਦੀ ਆ ਤੇ ਕ੍ਰਿਸਚੈਨਿਟੀ ਵੀ ਚੱਲਦੀ ਆ, ਕਿ ਦੂਜੀਆਂ ਸਟੇਟਾਂ ਤੋਂ ਆਪਣਾ ਬਹੁਤ ਸਾਰਾ ਕਾਡਰ ਜਿਹੜਾ ਹੈਗਾ ਉਹ ਲੈ ਆਉਂਦੇ ਹੈਗੇ ਪੰਜਾਬ ਦੇ ਵਿੱਚ। ਉਹ ਇਹ ਸ਼ੋਅ ਕਰਦੇ ਹੈਗੇ ਕਿ ਪੰਜਾਬ ਦੇ ਵਿੱਚ ਹੀ ਇੰਨੇ ਲੋਕ ਮੰਨਣ ਵਾਲੇ ਪੈਦਾ ਹੋ ਗਿਆ, ਤਾਂ ਜਿਹੜੇ ਪੰਜਾਬ ਦੇ ਲੋਕ ਆ ਪ੍ਰਭਾਵਿਤ ਹੋਣ ਕਿ ਸ਼ਾਇਦ ਸਾਡੇ ਹੀ ਲੋਕ ਜਿਹੜੇ ਹੈਗੇ ਇੰਨੇ ਮੰਨਣ ਵਾਲੇ ਆ। ਤੁਸੀਂ ਧਿਆਨ ਨਾਲ ਦੇਖੋ, ਜਿਹੜੇ ਵੀਡੀਓ ਹੈਗੀਆਂ ਨੇ ਉਹ ਜਿਹੜੀਆਂ ਅੰਮ੍ਰਿਤਸਰ ਜਿਹੜੀਆਂ ਜਲਸਾ ਨਾ ਕੀਤਾ ਹੈਗਾ ਆ, ਉਹਦੇ ਵਿੱਚ 70% ਦੀ ਜਿਹੜਾ ਬੰਦਾ ਹੈਗਾ, 85% ਮੈਂ ਕਹੂੰਗਾ ਉਹ ਸਾਰਾ ਦੂਜੀਆਂ ਸਟੇਟਾਂ ਤੋਂ ਆਇਆ ਸੀਗਾ, ਕੇਰਲਾ ਤੋਂ, ਮੇਘਾਲਿਆ ਤੋਂ, ਨਾਗਾਲੈਂਡ ਤੋਂ, ਜਿੰਨੀਆਂ ਈਸਟ ਵਾਲ ਦੀਆਂ ਸਟੇਟਾਂ, ਕਲਕੱਤੇ ਤੋਂ, ਕਿਉਂਕਿ ਉਧਰ ਅੰਗਰੇਜ਼ਾਂ ਨੇ ਪ੍ਰਚਾਰ ਇੰਨੀ ਵੱਡੀ ਪੱਧਰ ਤੇ ਉਹ ਜਿਹੜਾ 200 ਸਾਲ ਉਧਰ ਚੱਲਿਆ, ਸਾਡੇ 100 ਸਾਲ ਚੱਲਿਆ, ਉਧਰ 200 ਸਾਲ ਤੱਕ ਚੱਲਿਆ। ਸੋ ਉਹਨਾਂ ਦਾ ਇੱਕ ਵੱਡੀ ਪੱਧਰ ਤੇ ਉਧਰੋਂ ਲਿਆ ਕੇ ਇਧਰ ਜਲਸੇ ਦੇ ਵਿੱਚ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਬਣਾਉਣ ਲਈ ਕੀਤਾ ਜਾਂਦਾ। ਹੁਣ ਤਾਂ ਆਪਾਂ ਕਹੀਏ ਕੀਤਾ ਕਿਉਂ ਕੀਤਾ, ਇਸ ਕਰਕੇ ਕਿ ਜਦੋਂ ਵੀ ਕੋਈ ਜਲਸਾ ਇਦਾਂ ਦਾ ਕੀਤਾ ਜਾਂਦਾ ਹੈਗਾ ਆ, ਇੱਥੋਂ ਜਿਹੜੇ ਸਥਾਨਕ ਲੋਕ ਹੈਗੇ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ, ਉਹਨਾਂ ਨੂੰ ਦੱਸਣ ਵਾਸਤੇ ਵੀ ਸਾਡੇ ਹੁਣ ਕ੍ਰਿਸਚੈਨਿਟੀ ਨੂੰ ਮੰਨਣ ਵਾਲੇ ਲੋਕ ਇੰਨੇ ਹੈਗੇ ਆ। ਜੇ ਮੈਂ ਕਹਾਂ ਕਿ ਉਹਨਾਂ ਆਪਣੇ ਆਪ ਦੇ ਵਿੱਚ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ ਆ ਇਸ ਗੱਲ ਦਾ, ਜਿਹੜਾ ਹਾਂਜੀ, ਇਹਨੂੰ ਵੱਡੇ ਪੱਧਰ ਤੇ ਸ਼ਕਤੀ ਪ੍ਰਦਰਸ਼ਨ ਆਪਾਂ ਮੰਨ ਸਕਦੇ ਹਾਂ ਕਿ ਕ੍ਰਿਸਚੈਨਿਟੀ ਨੂੰ ਮੰਨਣ ਵਾਲੇ ਇੰਨੇ ਲੋਕ ਹੈਗੇ ਆ। ਹਾਲਾਂਕਿ ਉਹ ਜ਼ਿਆਦਾ ਲੋਕ, ਤੁਸੀਂ ਦੇਖਿਓ, ਧਿਆਨ ਨਾਲ ਦੇਖੋ ਉਹਨਾਂ ਨੂੰ, ਉਹ ਲੋੜਵੰਦ ਲੋਕ ਹੈਗੇ ਆ ਜਿਹੜੇ ਅੱਜ ਵੀ ਪੰਜਾਬ, ਸਾਡੀ ਬਟਾਲਾ, ਗੁਰਦਾਸਪੁਰ ਬੈਲਟ ਵੱਲ ਤੁਸੀਂ ਦੇਖੋਗੇ, ਜਿਹੜਾ ਗਰੀਬ ਤਬਕਾ ਹੈਗਾ ਨਾ ਜ਼ਿਆਦਾਤਰ, ਉਹ ਕ੍ਰਿਸਚੈਨਿਟੀ ਨਾਲ ਜੁੜਿਆ ਹੋਇਆ। ਸੋ ਇਹਦਾ ਸਾਫ਼ ਜ਼ਾਹਰ ਸੀਗਾ ਕਿ ਉਹਨਾਂ ਦੀਆਂ ਜਿਹੜੀਆਂ ਆਰਥਿਕ ਮਜਬੂਰੀਆਂ ਸੀਗੀਆਂ, ਆਰਥਿਕ ਹਾਲਾਤਾਂ ਦਾ ਨਜਾਇਜ਼ ਫਾਇਦਾ ਉਠਾਇਆ ਗਿਆ ਸੀਗਾ। ਅੱਜ ਹੁਣ ਜੇ ਸਾਡੀਆਂ ਸੰਸਥਾਵਾਂ ਆਪਣਾ ਫਰਜ਼ ਨਹੀਂ ਸਮਝਦੀਆਂ ਤੇ ਬੜੀ ਤੇਜ਼ੀ ਦੇ ਨਾਲ ਉਹ ਅੱਗੇ ਇਸ ਚੀਜ਼ ਨੂੰ ਲੈ ਕੇ ਜਾਣਗੇ। ਜੀ, ਹੁਣ ਪੰਜਾਬ ਦੇ ਵਿੱਚ ਜਿਹੜੇ ਲੁਕਵੇਂ ਏਜੰਡਾ ਇਹਨਾਂ ਦਾ ਤਿਆਰ ਹੋ ਰਿਹਾ, ਸ਼ਰੇਆਮ ਕਰ ਰਹੇ ਨੇ, ਇਹ ਦੇਖਦੇ ਨੇ ਉਸ ਚੀਜ਼ ਨੂੰ, ਜਿਵੇਂ ਤੁਸੀਂ ਕਿਹਾ ਵੀ ਇਕੱਠ ਹੋਇਆ, ਬਾਹਰੋਂ ਲਿਆਂਦਾ ਜਾਂਦਾ ਇਕੱਠ, ਜਿਵੇਂ ਸਿਆਸੀ ਰੈਲੀਆਂ ਦੇ ਵਿੱਚ ਲੋਕਾਂ ਨੂੰ 2-2, 3-300 ਰੁਪਇਆ ਦੇ ਕੇ ਇਕੱਠ ਕੀਤਾ ਜਾਂਦਾ। ਤੇ ਇਹਨਾਂ ਨੇ ਜਦੋਂ ਇਕੱਠ ਕਰਨਾ ਸੀ ਪੰਜਾਬ ਅੰਮ੍ਰਿਤਸਰ ਦੇ ਵਿੱਚ, ਤੇ ਇਹਨਾਂ ਨੇ ਘਰ ਘਰ ਦੇ ਵਿੱਚ ਇਸ਼ਤਿਹਾਰ ਵੀ ਸਿੱਟੇ ਨੇ ਜੇ ਉੱਥੇ ਪ੍ਰੋਗਰਾਮ ਹੋਣਾ ਉੱਥੇ ਆਓ। ਤੇ ਹੁਣ ਜਿਹੜਾ ਪੰਜਾਬ ਦੇ ਵਿੱਚ ਇਹ ਆਪਣਾ ਕੋਈ ਲੁਕਵਾ ਏਜੰਡਾ ਤਿਆਰ ਕਰਕੇ ਬੈਠੇ ਹੋਏ ਨੇ, ਕਿਉਂਕਿ ਪਹਿਲਾਂ ਏਜੰਡਾ ਤਿਆਰ ਕੀਤਾ ਜਾਂਦਾ, ਫਿਰ ਉਹਨੂੰ ਰੂਪ ਰੇਖਾ ਦਿੱਤੀ ਜਾਂਦੀ ਆ, ਉਹਨੂੰ ਫਿਰ ਲੋਕਾਂ ਸਾਹਮਣੇ ਲਿਆਇਆ ਜਾਂਦਾ। ਤੇ ਹੁਣ ਇਹ ਕਿਹੜੇ ਐਸੇ ਹੱਥ ਕੰਡੇ ਨੇ ਜਿਹੜੇ ਅਪਣਾਉਣਗੇ, ਤੇ ਕਿਹੜੀਆਂ ਐਸੀਆਂ ਹੱਦਾਂ ਜਿਹੜੀਆਂ ਪਾਰ ਕਰਕੇ, ਕਿਉਂਕਿ
ਇਹ ਮੈਂ ਪਹਿਲਾਂ ਐਸਾ ਧਰਮ ਦੇਖਿਆ ਵੀ ਜਿਹੜਾ ਲੋਕਾਂ ਨੂੰ ਜਬਰੀ, ਲੋਕਾਂ ਨੂੰ ਇੱਕ ਭਰਮਾ ਕੇ ਆਪਣੇ ਨਾਲ ਜੋੜਦਾ ਹੋਵੇ। ਤੇ ਇਹ ਕਿਹੜੇ-ਕਿਹੜੇ ਹੋਰ ਤੁਹਾਡੀ ਨੌਲੇਜ ਦੇ ਵਿੱਚ ਐਸੇ ਕਿਹੜੇ ਹੱਥ ਕੰਡੇ ਨੇ ਜਿਹੜੇ ਇਹ ਅਪਣਾਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਹੱਦਾਂ ਪਾਰ ਕਰਕੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਆਪਣੇ ਨਾਲ ਜੋੜਦਾ ਰਹੇਗਾ? 3 ਤਰ੍ਹਾਂ ਦੇ ਤਰੀਕੇ ਹੋ ਸਕਦੇ ਆ। ਇੱਕ ਤੇ ਜਿਹੜੇ ਆਮ ਆਪਾਂ ਇੱਕ ਬਾਰੇ ਤਾਂ ਆਪਾਂ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ। ਇੱਕ ਜਿਹੜਾ ਤਰੀਕਾ ਹੈਗਾ ਕਿ ਜਿਹੜੇ ਲੋਕ ਲੋੜਵੰਦ ਹੈਗੇ ਆ, ਜਿਹੜੇ ਲੋਕਾਂ ਜੀ, ਨੂੰ ਆਪਣੇ ਆਰਥਿਕ ਹਾਲਾਤਾਂ ਨਾਲ ਜੂਝ ਰਹੇ ਹੁੰਦੇ ਆ, ਉਹਨਾਂ ਕਾਲੇ ਲਗਾਤਾਰ ਅਪਰੋਚ ਕਰਦੇ ਆ ਤੇ ਇਸ ਗੱਲ ਦਾ ਲਾਲਚ ਦਿੰਦੇ ਆ ਕਿ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਆ। ਠੀਕ ਹੈ ਜੀ, 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 ਕਿੰਨੇ ਪੈਸੇ ਚਾਹੀਦੇ, ਤੁਸੀਂ ਪੈਸਾ ਲਾਓ ਇੰਨਾ ਤੇ ਤੁਸੀਂ ਸਾਡੇ ਵੱਲੋਂ ਪ੍ਰਚਾਰ ਕਰੋ। ਉਹ ਇਹ ਵੀ ਗੱਲ ਕਹਿੰਦੇ ਆ ਕਿ ਤੁਸੀਂ ਆਪਣੇ ਜਿਹੜਾ ਤੁਹਾਡਾ ਰੂਪ ਆ ਉਹ ਬਦਲੋ ਨਾ, ਇਹੋ ਹੀ ਰੱਖੋ, ਲੇਕਿਨ ਪ੍ਰਚਾਰ ਸਾਡੇ ਲਈ ਕਰੋ। ਠੀਕ ਹੈ ਜੀ, ਤੁਸੀਂ ਕਿਤੇ ਵੀ ਜਾਓ ਦੱਸੋ ਕਿੱਥੇ ਤੁਹਾਨੂੰ ਜਗ੍ਹਾ ਚਾਹੀਦੀ ਆ, ਕਿੰਨਾ ਤੁਹਾਨੂੰ ਪੈਸਾ ਚਾਹੀਦਾ ਹੈਗਾ ਆ, ਅਸੀਂ ਦੇਵਾਂਗੇ। ਤੇ ਤੁਸੀਂ ਸਾਡੇ ਲਈ ਪ੍ਰਚਾਰ ਕਰੋ। ਤੁਹਾਨੂੰ ਸੈਲਰੀ ਚਾਹੀਦੀ ਆ, ਸੈਲਰੀ ਦੇਵਾਂਗੇ ਪਰ ਮੰਥ ਅਸੀਂ। ਜਿਹੜਾ ਇੱਕ ਲੋੜਵੰਦ ਬੰਦਾ ਰਾਜਵੀਰ ਜੀ, ਉਹ ਬੰਦਾ ਕਈ ਵਾਰ ਬੰਦੇ ਦੇ ਦਿਮਾਗ 'ਚ ਆ ਜਾਂਦੀ ਆ। ਹਾਲਾਂਕਿ ਸਾਡੇ ਜਿਹੜਾ ਸਿੱਖੀਜ਼ਮ ਦਾ ਵਿਚਾਰ ਅਟੱਲ ਹੈਗਾ, ਪਰ ਫਿਰ ਵੀ ਇਨਸਾਨ ਹੁੰਦੇ ਆਪਾਂ, ਉਹਨਾਂ ਦੇ ਮਨਾਂ 'ਚ ਇਹ ਗੱਲ ਆ ਸਕਦੀ ਹੈਗੀ ਆ ਕਿ ਮੈਨੂੰ ਚੰਗੇ ਪੈਸੇ ਮਿਲਣਗੇ ਪਰ ਮਹੀਨੇ, ਮੇਰੇ ਖਰਚੇ ਪੂਰੇ ਹੋਣਗੇ, ਮੈਨੂੰ ਹੋਰ ਕੀ ਚਾਹੀਦਾ। ਹਾਂਜੀ, ਸੋ ਇਸ ਚੀਜ਼ ਦਾ ਇੱਕ ਤੇ ਨਜਾਇਜ਼ ਫਾਇਦਾ ਉਠਾਇਆ ਜਾਂਦਾ ਇਹਨਾਂ ਲੋਕਾਂ ਵੱਲੋਂ। ਦੂਜਾ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੂੰਗਾ ਕਿ ਇਹ ਲੋਕ ਜਿਹੜੇ ਹੈਗੇ ਆ, ਜਿਹੜੇ ਮੇਨ ਕਰੈਕਟਰ ਹੈਗੇ ਸਿੱਖੀਜ਼ਮ ਦੇ ਵਿੱਚ, ਜਿਹੜੀਆਂ ਉਹਨਾਂ ਨੂੰ ਵੀ ਇਹ ਪਿਕ ਕਰਨ ਦੀ ਕੋਸ਼ਿਸ਼ ਕਰਦੇ ਵੀ ਆ ਔਰ ਕੀਤੇ ਵੀ ਹੋਇਆ ਵੀ ਉਹਨਾਂ ਵਿੱਚ ਇਹ ਫਿਰ ਲਾਲਚ ਦਿੰਦੇ ਹੈਗੇ ਆ ਉਹਨਾਂ ਨੂੰ ਸਾਇਲੈਂਟ ਰਹਿਣ ਵਾਸਤੇ। ਮੈਂ ਤੁਹਾਨੂੰ ਇਹ ਗੱਲ ਦੱਸਾਂ ਵੀ ਕਿ ਬੋਲੇਗਾ ਕੌਣ ਜਦੋਂ ਉਹਨਾਂ ਦਾ ਪ੍ਰਚਾਰ ਚੱਲੂਗਾ, ਫਿਰ ਸਾਡਾ ਇੱਧਰੋਂ ਕੋਈ ਮਿਹਨਤ ਰਾਹੀਂ ਬੋਲਣਗੀਆਂ ਨਾ। ਠੀਕ ਹੈ ਜੀ, ਉਹਨਾਂ ਤੱਕ ਵੀ ਇਨਡਾਇਰੈਕਟਲੀ ਇਹ ਗੱਲ ਕੀਤੀ ਜਾਂਦੀ। ਆਖਰਕਾਰ ਫਿਰ ਕਿਉਂ ਨਹੀਂ ਬੋਲਦੀਆਂ, ਤੁਸੀਂ ਦੱਸੋ? ਕਈ ਸੰਸਥਾਵਾਂ, ਕਈ ਜਿਹੜੇ ਮੋਹਰੀ ਲੀਡਰ ਹੈਗੇ ਬੋਲਦੇ ਕਿਉਂ ਨਹੀਂ? ਮੈਂ ਬਹੁਤ ਸਾਰੀਆਂ ਇਦਾਂ ਦੇ ਵੇਰਵੇ, ਕੁਛ ਇਦਾਂ ਦੇ ਸਨਸਨੀਖੇਜ ਹੈਗੇ ਆ ਜਿਹਦੇ ਵਿੱਚ ਇਹ ਪਤਾ ਲੱਗਦਾ ਹੈਗਾ ਕਿ ਇਹ ਲੁਕਵੇਂ ਰੂਪ ਵਿੱਚ ਉਹਨਾਂ ਦੇ ਨਾਲ ਜਾ ਕੇ ਮੀਟਿੰਗਾਂ ਵੀ ਕਰਦੇ ਆ। ਤੇ ਜਿਹੜਾ ਇੱਕ ਆਮ ਬੰਦੇ ਨੂੰ ਜਿਹੜੀ ਪ੍ਰਪੋਜ਼ ਕਰਨਾ ਉਹ ਛੋਟੇ ਲੈਵਲ ਦਾ ਕੀਤਾ ਜਾਂਦਾ, ਜਿਹੜੇ ਕਿਸੇ ਆਗੂ ਨੂੰ ਪ੍ਰਪੋਜ਼ ਕਰਨਾ ਵਾ ਉਹ ਵੱਡੇ ਪੱਧਰ ਤੇ ਕੀਤਾ ਜਾਂਦਾ, ਉਹਦੀ ਅਮਾਊਂਟ ਵੀ ਵੱਡੀ ਹੁੰਦੀ ਆ ਜਾਂ ਕਿੱਦਾਂ ਲਾ ਲਓ। ਸੋ ਆਪਣੇ ਆਪ ਦੇ ਵਿੱਚ ਇਹਨਾਂ ਨੂੰ ਇਹ ਹੁੰਦਾ ਕਿ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ, ਜਿਹੜੀਆਂ ਇਹਨਾਂ ਦੀ ਚੰਗੇ ਤਰੀਕੇ ਨਾਲ ਕੰਮ ਨਾ ਕਰਨ, ਅਸੀਂ ਜਿਹੜਾ ਛੋਟਾ ਪੱਧਰ ਦਾ ਬੰਦਾ ਹੈਗਾ ਆ, ਜਿਹਦਾ ਆਰਥਿਕ ਲੈਵਲ ਲੋ ਹੈਗਾ, ਉਹਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਈਏ। ਜਿਹੜਾ ਕੋਈ ਵੱਡਾ ਬੰਦਾ ਹੈਗਾ ਉਹਨੂੰ ਲਾਲਚ ਦੇ ਦਈਏ, ਹੋਰ ਲਾਲਚ ਦੇ ਦਈਏ ਤੇ ਆਪਣਾ ਏਜੰਡਾ ਜਿਹੜਾ ਇਸੇ ਤਰ੍ਹਾਂ ਹੀ ਚਲਾਈਏ। ਸੋ ਕਈ ਤਰ੍ਹਾਂ ਦੇ ਇਹਨਾਂ ਨੇ ਤੁਸੀਂ ਦੇਖਿਆ ਹੋਣਾ ਵਾ ਵੀ ਪਿੱਛੇ ਜੇ ਇਹਨਾਂ ਨੇ ਇਹ ਗੱਲ ਸਾਹਮਣੇ ਆਈ ਸੀ ਕਿ ਬਹੁਤ ਸਾਰੇ ਪਰਿਵਾਰ ਨੂੰ ਅੰਦਰ ਖਾਤੇ ਅਪਰੋਚ ਕਰਦੇ ਹੈਗੇ ਆ। ਇਹਨਾਂ ਨੇ ਸਾਲਸੀ ਰੱਖੇ ਹੋਏ ਆ, ਜਿਹੜੇ ਸਾਇਲੈਂਟ ਤਰੀਕੇ ਨਾਲ ਕੰਮ ਕਰਦੇ ਆ, ਏਜੰਟ ਰੱਖੇ ਹੋਏ ਆ ਜਿਹੜੇ ਲੋਕਾਂ ਤੱਕ ਪਹੁੰਚ ਕਰਦੇ ਆ, ਜਿਹੜੇ ਲੋੜਵੰਦ ਲੋਕ ਹੈਗੇ ਆ ਉਹਨਾਂ ਤੱਕ। ਹੁਣ ਤੁਸੀਂ ਦੱਸੋ ਕਿ ਹਰ ਬੰਦੇ ਤੱਕ ਕਿੱਦਾਂ ਫੋਨ ਚਲੇ ਜਾਂਦਾ, ਕੌਣ ਫੋਨ ਕਰਦਾ, ਉਹਨਾਂ ਤੱਕ ਅਪਰੋਚ ਕੌਣ ਕਰਦਾ, ਉਹਨੂੰ ਪ੍ਰਪੋਜ਼ ਕੌਣ ਕਰਦਾ? ਇਹਦਾ ਮਤਲਬ ਆ ਵੀ ਉਹ ਟੀਮ ਆਪਣੇ ਨਾਲ ਤਾਂ ਲੈ ਕੇ ਨਹੀਂ ਆਉਂਦੇ, ਸਾਰੀ ਟੀਮ ਵੀ ਇੱਥੋਂ ਹੀ ਹਾਇਰ ਕਰਦੇ ਆ। ਸੋ ਕੁਛ ਇੱਕ ਬੰਦਿਆਂ ਨੂੰ ਇਹਨਾਂ ਨੇ ਆਪਣੀ ਟੀਮ ਦੇ ਵਿੱਚ ਵੀ ਹਾਇਰ ਕੀਤਾ ਹੋਇਆ, ਜਿਹੜੇ ਸਿਰਫ ਤੇ ਸਿਰਫ ਆਪਣੇ ਪੈਸੇ ਦੀ ਖਾਤਰ ਇਹਨਾਂ ਨਾਲ ਕੰਮ ਕਰਦੇ ਹੈਗੇ ਆ। ਸੋ ਇਹ ਗੱਲਾਂ ਬੜੀਆਂ ਘਾਤਕ ਹੈ। ਜਿਹੜੀ ਸਾਡੀਆਂ ਸੰਸਥਾਵਾਂ ਹੈਗੀਆਂ, ਜੇ ਉਹਨਾਂ ਨੇ ਆਪਣਾ ਫਰਜ਼ ਨਾ ਪਹਿਚਾਣਿਆ ਤੇ ਤੁਸੀਂ ਪੰਜਾਬ ਦੇ ਡਾਟੇ ਜਿਹੜੇ ਹੈਗੇ ਆ ਸਨਸਨੀਖੇਜ ਪਾਓਗੇ ਆਉਣ ਵਾਲੇ ਟਾਈਮ ਦੇ ਵਿੱਚ। ਜਿਹੜੀ 2011 ਦੀ ਆਬਾਦੀ ਸੀਗੀ, 2011 ਦੀ ਜਨਗਣਨਾ ਸੀਗੀ ਰਾਜਵੀਰ ਜੀ, ਜੇ ਆਪਾਂ ਭਾਰਤ ਦੇ ਅੰਕੜੇ ਲਾ ਲਈਏ ਤੇ ਉਹਦੇ ਵਿੱਚ ਇਹ ਤੇ ਸਪਸ਼ਟ ਹੀ ਆ ਵੀ ਜਿਹੜਾ ਹਿੰਦੂ ਮਤ ਆ ਉਹ ਬਹੁ ਗਿਣਤੀ ਵਿੱਚ ਹੈਗਾ ਆ। ਹਾਂਜੀ, 79 ਪੁਆਇੰਟ ਸਮਥਿੰਗ, 14% ਮੁਸਲਮਾਨ, ਸਮਥਿੰਗ 14.2, 2.3 ਕ੍ਰਿਸਚੈਨਿਟੀ ਦੇ ਵਿੱਚ ਆ ਚੁੱਕਾ ਹੈ। ਆਪਣੇ ਦੇ ਵਿੱਚ ਵੱਡੀ ਆਬਾਦੀ, 1.5 ਵਾਰ ਦੀ ਆਬਾਦੀ ਲਗਭਗ ਹੋ ਗਈ ਆ, ਉਹਦਾ ਥੋੜਾ ਨਹੀਂ ਹੈਗਾ ਇਹ। ਜਦੋਂ ਤੁਸੀਂ ਇਹਨੂੰ ਤੇ ਸਿੱਖੀਜ਼ਮ ਸਾਡਾ ਜਿਹੜਾ 1.7 ਹੈਗਾ। ਸੋ ਮੇਰੇ ਕਹਿਣ ਤੋਂ ਭਾਵ ਹੈਗਾ ਕਿ ਜਦੋਂ ਅਸੀਂ ਉਹਨਾਂ ਈਸਟ ਸਟੇਟਾਂ ਵੱਲ ਨਜ਼ਰ ਮਾਰਦੇ ਹਾਂ ਤੇ ਉਹਨਾਂ ਦੀ ਜਦੋਂ ਉਹਨਾਂ ਦੀ ਜਨਗਣਨਾ ਦੇ ਮੁਤਾਬਕ ਉੱਥੇ ਕ੍ਰਿਸਚੈਨਿਟੀ ਦਾ ਪ੍ਰਚਾਰ ਦੇਖਦੇ ਹਾਂ, ਉਹ ਬੜੇ ਸਨਸਨੀਖੇਜ ਜਿਹੜੇ ਖੁਲਾਸੇ ਹੈਗੇ ਆ। ਹੁਣ ਇਹਨਾਂ ਦਾ ਟਾਰਗੇਟ ਪੰਜਾਬ ਹੈਗਾ, ਕਿਉਂਕਿ ਪੰਜਾਬ ਮੁੱਖ ਰੂਪ ਦੇ ਵਿੱਚ ਇੱਕ ਆਪਾਂ ਕਹਿ ਸਕਦੇ ਹਾਂ ਕਿ ਐਵੇਂ ਕਿਸੇ ਵਿਚਾਰਧਾਰਾ ਨੂੰ ਐਕਸੈਪਟ ਨਹੀਂ ਕਰਦਾ। ਸੋ ਹੁਣ ਪੰਜਾਬ ਦੇ ਹਾਲਾਤ ਹੀ ਇਦਾਂ ਦੇ ਬਣੇ ਹੋਏ ਆ, ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਹੈਗੀਆਂ ਨੇ ਉਹ ਬੋਲ ਨਹੀਂ ਰਹੀਆਂ, ਉਹ ਆਪਣਾ ਕੰਮ ਨਹੀਂ ਕਰ ਰਹੀਆਂ, ਤੇ ਜਿਹੜੀਆਂ ਵਿਰੋਧੀ ਧਿਰਾਂ ਹੈਗੀਆਂ ਨੇ ਉਹ ਆਪਣਾ ਕੰਮ ਕਰ ਰਹੀਆਂ ਹੈਗੀਆਂ। ਸੋ ਇਦਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਆ ਜੀ। ਹੁਣ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਸਾਡੀਆਂ ਸਿੱਖ ਸੰਸਥਾਵਾਂ ਇੰਨੀਆਂ ਕੁ ਨੇ ਜਿਨ੍ਹਾਂ ਦਾ ਆਪਾਂ ਗਿਣਤੀ ਵੀ ਨਹੀਂ ਕਰ ਸਕਦੇ।
ਤੇ ਸਾਰੀਆਂ ਸਿੱਖ ਸੰਸਥਾਵਾਂ ਇਸ ਕਰਕੇ ਹੀ ਪ੍ਰਚਾਰ ਕਰਦੀਆਂ ਨੇ ਵੀ ਅਸੀਂ ਸਿੱਖ ਧਰਮ ਦਾ ਪ੍ਰਚਾਰ ਕਰਦੇ ਹਾਂ ਜੀ, ਅਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ ਜੀ, ਅਸੀਂ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਦੇ ਹਾਂ ਜੀ। ਪਰ ਜੇ ਆਪਾਂ ਇਸ ਚੀਜ਼ ਨੂੰ ਦੇਖੀਏ, ਉਹਦੀ ਆਊਟਪੁੱਟ ਕੀ ਨਿਕਲਦੀ ਪਈ ਆ, ਕੋਈ ਆਊਟਪੁੱਟ ਸਾਨੂੰ ਦੇਖ ਨਹੀਂ ਰਹੀ। ਤੇ ਜਿਹੜੀਆਂ ਸਾਡੀਆਂ ਮੇਨ ਸੰਸਥਾਵਾਂ ਜਿਹੜੀਆਂ ਮੰਨੀਆਂ ਜਾਂਦੀਆਂ ਨੇ, ਸ਼੍ਰੋਮਣੀ ਕਮੇਟੀ ਹੋ ਗਈ, ਦਮਦਮੀ ਟਕਸਾਲ ਹੋ ਗਈ, ਜਾਂ ਚੀਫ ਖਾਲਸਾ ਦੀਵਾਨ ਹੋ ਗਈ, ਇਹ ਸਾਡੀਆਂ ਮੇਨ ਸੰਸਥਾਵਾਂ ਮੰਨੀਆਂ ਜਾਂਦੀਆਂ ਨੇ। ਅੱਜ ਇਹ ਵੀ ਕਿਉਂ ਚੁੱਪ ਕਰਕੇ ਬੈਠੀਆਂ ਹੋਈਆਂ ਨੇ? ਜਾਂ ਤਾਂ ਮੈਨੂੰ ਐ ਕਈ ਵਾਰ ਲੱਗਦਾ ਵੀ ਜਿਵੇਂ ਵੀ ਇਹਨਾਂ ਦਾ ਵਧੀਆ ਚੱਲ ਰਿਹਾ, ਹਨਾ, ਵੀ ਇਹ ਜ਼ਿਆਦਾ ਰਿਸਕ ਨਹੀਂ ਲੈਣਾ ਚਾਹੁੰਦੇ, ਤੇ ਜਿਹੜੇ ਕੁਝ ਦਰਦ ਰੱਖਦੇ ਨੇ ਪੰਥ ਪ੍ਰਤੀ, ਉਹ ਆਪਣੀਆਂ ਸਮੇਂ ਸਿਰ ਵਿਚਾਰਾਂ ਦਿੰਦੇ ਰਹਿੰਦੇ ਨੇ। ਜਿਵੇਂ ਤੁਸੀਂ ਆਪਣੀ ਵਿਚਾਰ ਰੱਖ ਰਹੇ ਹੋ, ਤੁਹਾਨੂੰ ਦਰਦ ਆ ਪੰਥ ਦੇ ਪ੍ਰਤੀ, ਪੰਜਾਬ ਦੇ ਪ੍ਰਤੀ ਦਰਦ ਆ, ਚਾਹੇ ਤੁਸੀਂ ਵਿਦੇਸ਼ਾਂ ਦੀ ਧਰਤੀ 'ਤੇ ਬੈਠੇ ਹੋ। ਕੀ ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ, ਚੀਫ ਖਾਲਸਾ ਦੀਵਾਨ, ਤੇ ਇਹਨਾਂ ਸੰਸਥਾਵਾਂ ਦੀ ਕੀ ਭੂਮਿਕਾ ਹੋਣੀ ਚਾਹੀਦੀ ਆ ਇਸ ਚੀਜ਼ ਨੂੰ ਰੋਕਣ ਵਾਸਤੇ? ਜੀ, ਪਹਿਲੀ ਗੱਲ ਤੇ ਆ ਜੀ, ਇਹ ਸਾਰੀਆਂ ਸੰਸਥਾਵਾਂ ਦਾ ਪੋਲੀਟੀਕਲ ਜਿਹੜਾ ਅਣਗਲਫ ਹੈਗਾ, ਜਿਹੜਾ ਕਬਜ਼ਾ ਹੈਗਾ ਹੋਇਆ ਇਹਨਾਂ ਦੇ ਉੱਤੇ, ਉਹ ਖਤਮ ਹੋਣਾ ਚਾਹੀਦਾ। ਜੇ ਨਾ ਖਤਮ ਹੋਇਆ, ਇਹ ਸੰਸਥਾਵਾਂ ਕੰਮ ਕਰ ਹੀ ਨਹੀਂ ਸਕਦੀਆਂ ਚੰਗੀ ਤਰ੍ਹਾਂ। ਜਿਹੜੀ ਦਮਦਮੀ ਟਕਸਾਲ ਆ, ਵੀ ਸਿਰਫ 25 ਸਾਲ ਤੋਂ ਇਹ ਕਿਹਾ ਜਾਂਦਾ ਹੈਗਾ ਕਿ ਜਿਹੜੀਆਂ ਜੋ ਸੈਂਟਰ ਗਵਰਨਮੈਂਟ ਕਹਿ ਰਿਹਾ, ਜੋ ਹਦਾਇਤਾਂ ਹੈਗੀਆਂ, ਦਮਦਮੀ ਟਕਸਾਲ ਉਹਦੇ ਮੁਤਾਬਕ ਹੀ ਚੱਲ ਰਿਹਾ ਹੈਗਾ। ਵੀ ਕਿਉਂਕਿ ਵਜ੍ਹਾ ਇਹ ਹੈਗੀ ਆ ਕਿ ਤੁਸੀਂ ਦੱਸੋ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲੀ ਹੋਵੇ, ਕਦੋਂ ਜਾ ਕੇ ਦਮਦਮੀ ਟਕਸਾਲ ਨੇ ਕਦੀ ਮੋਰਚਾ ਲਾਇਆ ਹੋਵੇ? ਜਦੋਂ ਵੀ ਕਿਤੇ ਕੋਈ ਸਿੱਖ ਹਿੱਤਾਂ ਦੀ ਗੱਲ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੀ ਜਿਹੜਾ ਸੰਘਰਸ਼ ਚੱਲ ਰਿਹਾ, ਕਦੇ ਕਿਤੇ ਦਮਦਮੀ ਟਕਸਾਲ ਨੇ ਮੂਹਰੇ ਹੋ ਕੇ ਗੱਲ ਕੀਤੀ ਹੋਵੇ। ਜਿੰਨਾ ਵੀ ਸਿੱਖਾਂ ਦੇ ਉੱਪਰ ਲਗਾਤਾਰ ਹਮਲੇ ਹੋ ਰਹੇ ਆ, ਚਾਹੇ ਉਹ ਹਿੰਦੂਤਵ ਹੈਗਾ ਜਾਂ ਕ੍ਰਿਸਚਨਿਟੀ ਹੈਗੀ ਆ, ਦਮਦਮੀ ਟਕਸਾਲ ਉਹਦੇ ਵਿੱਚ ਉਸ ਰੂਪ ਦੇ ਲੱਭਦੀ ਨਹੀਂ ਹੈਗੀ ਜੋ ਰੂਪ ਦੇ ਵਿੱਚ ਉਹਨੇ ਪਹਿਲਾਂ ਕੰਮ ਕੀਤਾ ਸੀ ਪ੍ਰਚਾਰ ਵਾਸਤੇ, ਸਿੱਖੀ ਦੇ ਪ੍ਰਚਾਰ ਲਈ ਆ ਨਾ ਜੀ। ਦਮਦਮੀ ਟਕਸਾਲ ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਇਸੇ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਆ। ਇਹ ਕਿਉਂਕਿ ਜਿਹੜੇ ਇਹਨਾਂ ਦੇ ਪੋਲੀਟੀਕਲ ਇੰਟਰਸਟ ਹੈਗੇ ਮਗਰ ਲੋਕਾਂ ਦੇ, ਜਿਹੜੀ ਪਾਰਟੀ ਹੈਗੀ ਅਕਾਲੀ ਦਲ, ਬਾਦਲ, ਉਹਨਾਂ ਦੇ ਇੰਟਰਸਟ ਇਦਾਂ ਦੇ ਹੈਗੇ ਆ ਵੀ ਉਹ ਕ੍ਰਿਸਚੈਨਿਟੀ ਦੇ ਖਿਲਾਫ ਨਹੀਂ ਜਾਣਾ ਚਾਹੁੰਦੇ। ਉਹਨਾਂ ਨੂੰ ਵੋਟਾਂ ਚਾਹੀਦੀਆਂ ਨੇ। ਉਹ ਇਹ ਗੱਲ ਮੰਨਦੇ ਹੀ ਨਹੀਂ ਹੈਗੇ ਵੀ ਸਾਨੂੰ ਇਕੱਲੇ ਸਿੱਖਾਂ ਦੀਆਂ ਵੋਟਾਂ ਚਾਹੀਦੀਆਂ ਨੇ। ਉਹ ਤੇ ਇਹ ਮੰਨ ਕੇ ਚੱਲਦੇ ਹੈਗੇ ਆ ਵੀ ਸਾਨੂੰ ਸਾਰੇ ਦੀਆਂ ਵੋਟਾਂ ਚਾਹੀਦੀਆਂ, ਅਸੀਂ ਕਿਸੇ ਨੂੰ ਨਾਰਾਜ਼ ਨਾ ਕਰੀਏ। ਤੁਸੀਂ ਮੇਰੀ ਗੱਲ ਸਮਝਦੇ ਹੋ? ਜਦੋਂ ਸ਼੍ਰੋਮਣੀ ਕਮੇਟੀ ਸਪਸ਼ਟ ਤੌਰ ਤੇ ਸਟੈਂਡ ਲਊਗੀ, ਜਿੰਨੇ ਵੀ ਕ੍ਰਿਸਚਨ ਦਾ ਹਿਡਨ ਏਜੰਡਾ ਹੈਗਾ, ਜਿਹੜਾ ਇਹਨਾਂ ਲੋਕਾਂ ਦਾ ਕ੍ਰਿਸਚੈਨਿਟੀ ਦੇ ਜਿਹੜਾ ਅੱਗੇ ਪ੍ਰਚਾਰ ਕਰਨ ਵਾਸਤੇ, ਤੇ ਫਿਰ ਜਦੋਂ ਉਹ ਸਪਸ਼ਟ ਸਟੈਂਡ ਲਊਗੀ, ਤੇ ਤੁਰਤੀ ਗੱਲ ਆ ਵੀ ਜਿਹੜੇ ਪੋਲੀਟੀਕਲ ਇੰਟਰਸਟ ਹੈਗੇ ਉਹ ਖਰਾਬ ਹੋਣਗੇ, ਜਿਹੜੇ ਮਗਰ ਪੋਲੀਟੀਕਲ ਆਕਾ ਹੈਗੇ ਆ ਇਹਦੇ ਉੱਪਰ ਕਾਬਜ। ਇੱਕ ਇਹ ਵੱਡਾ ਕਾਰਨ ਹੈਗਾ। ਦੂਜਾ ਕਾਰਨ ਇਹ ਹੈਗਾ ਕਿ ਸਮਾਂ ਪਾ ਕੇ ਹੁਣ ਜਿਹੜਾ ਕਰੈਕਟਰ ਡੀਗਰੇਸ਼ਨ ਹੀ ਇੰਨੀ ਆ ਗਈ ਹੋਈ ਆ ਜਿਹੜੇ ਸਾਡੇ ਸਿਆਸੀ ਆਗੂ ਹੈਗੇ ਆ, ਕਿ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸੀ, ਇਹ ਕਾਹਦੇ ਵਾਸਤੇ ਸੀ? ਸ਼੍ਰੋਮਣੀ ਕਮੇਟੀ ਹੋਣ ਚ ਕਾਹਥੋਂ ਆਈ ਸੀ? ਜ਼ੁਲਮ ਚੋਂ ਨਿਕਲੀ ਹੋਈ ਇੱਕ ਸੰਸਥਾ ਹੈਗੀ ਆ। ਜਦੋਂ ਸਾਡੇ ਗੁਰੂ ਸਾਹਿਬਾਨ ਜਿਹੜੇ ਸਾਡੇ ਗੁਰੂ ਧਾਮ ਜਿਹੜੇ ਸੀਗੇ, ਗੁਰਦੁਆਰਾ ਸਾਹਿਬਾਨ ਸੀਗੇ, ਉਦੋਂ ਮਹੰਤਾਂ ਨੇ ਕਾਬਜ ਕੀਤਾ ਹੈ, ਅੰਗਰੇਜ਼ਾਂ ਨੇ ਉਹਨਾਂ ਨੂੰ ਕਾਬਜ ਕੀਤਾ। ਉਹਨਾਂ ਦੇ ਕਬਜ਼ੇ ਛਡਾਉਣ ਵਾਸਤੇ ਜੋ ਮਨਮੱਤੀਆਂ ਗੁਰਦੁਆਰਾ ਸਾਹਿਬਾਨ ਚ ਹੋ ਰਹੀਆਂ ਸੀਗੀਆਂ, ਤੇ ਗੁਰੂ ਮਹਾਰਾਜ ਦੀ ਬੇਅਦਬੀ ਹੋ ਰਹੀ ਸੀ, ਉਹਨੂੰ ਰੋਕਣ ਵਾਸਤੇ ਜਦੋਂ ਲਾਮਬੰਦੀ ਹੋਈ, ਉਹਦੇ ਵਿੱਚੋਂ ਸ਼੍ਰੋਮਣੀ ਕਮੇਟੀ ਪੈਦਾ ਹੋਈ ਹੈ। ਠੀਕ ਹੈ ਜੀ। ਜੇਕਰ ਉਸ ਸਮੇਂ ਦੇ ਜਿਹੜੇ ਜਥੇਦਾਰ ਸੀ, ਉਹਨਾਂ ਦਾ ਕਰੈਕਟਰ ਸੀਗਾ ਉਹ ਬੜਾ ਉੱਚਾ ਸੁੱਚਾ ਸੀਗਾ। ਮੈਂ ਕਹਾਂ ਕਿ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਉੱਥੇ ਖਤਮ ਹੋਣੀ ਆ ਹੁਣ, ਕਿ ਸੱਚ ਦੇ ਆਧਾਰਿਤ ਸੀਗਾ, ਮਾਨਵਤਾ ਨੂੰ ਮੰਨਣ ਵਾਲਾ, ਜ਼ੁਲਮ ਖਿਲਾਫ ਖੜਨ ਵਾਲਾ। ਉਹਨਾਂ ਦਾ ਕੋਈ ਪੋਲੀਟੀਕਲ ਮਨੋਰਥ ਨਹੀਂ ਸੀਗਾ। ਲੇਕਿਨ ਹੁਣ ਸਾਰਾ ਕੁਝ ਬਦਲ ਚੁੱਕਾ। ਜਿਹੜੀਆਂ ਸਾਡੀਆਂ ਸੰਸਥਾਵਾਂ ਆ, ਉਹਨਾਂ ਦਾ ਰਾਜਸੀਕਰਨ ਰੱਜ ਕੇ ਹੋਇਆ ਹੈਗਾ ਆ। ਚਾਹੇ ਉਹਨਾਂ ਦਾ ਤੁਸੀਂ ਲਾ ਲਓ ਕਿ ਜਿਹੜੀ ਸੈਂਟਰ ਗਵਰਨਮੈਂਟ ਹੈਗੀ ਆ, ਉਹਦਾ ਵੀ ਇੱਕ ਆਪਣੀ ਨੀਤੀ ਹੈਗੀ ਆ ਵੀ ਇਹਨਾਂ ਸੰਸਥਾਵਾਂ ਨੂੰ ਪ੍ਰੋਪਰ ਜੇ ਕੰਮ ਕਰਨ ਦਿੱਤਾ ਗਿਆ, ਤੇ ਜਿਹੜਾ ਸਿੱਖ ਧਰਮ ਜਿਹੜੇ ਬੋਲਬਾਲੇ ਆ ਇਸ ਤਰੀਕੇ ਨਾਲ ਹੋਣਗੇ ਕਿ ਫਿਰ ਉਹ ਕੱਲ ਨੂੰ ਹੋਰ ਪਾਸੇ ਵਧਣਗੇ ਆਪਣੀਆਂ ਲੋੜਾਂ ਤੋਂ ਉੱਪਰ ਉੱਠ ਕੇ। ਸੋ ਇਹ ਗੱਲ ਹੈਗੀ ਆ ਵੀ ਤੁਸੀਂ ਇਹ ਪੁੱਛਿਆ ਸੀ ਕਿ ਇਹ ਸੰਸਥਾ ਨੂੰ ਹੋਣਾ ਚਾਹੀਦਾ। ਮੈਂ ਨਾਲ ਹੀ ਇਹ ਵੀ ਆਪਾਂ ਗੱਲ ਕਰ ਦਿੰਦੇ ਆ ਕਿ ਹੋਣਾ ਕੀ ਚਾਹੀਦਾ। ਸਮੇਂ ਦੇ ਹਿਸਾਬ ਨਾਲ ਤੁਹਾਨੂੰ ਸਮੇਂ ਦੀ ਵੀ ਘਾਟ ਹੋਊਗੀ। ਹੋਣਾ ਇਹ ਚਾਹੀਦਾ ਰਾਜਵੀਰ ਜੀ ਕਿ ਜਿੰਨੀਆਂ ਸੰਸਥਾਵਾਂ ਹੈਗੀਆਂ, ਇਹਨਾਂ ਦਾ ਸਾਰਾ ਨਿਊਟਰਲਾਈਜ਼ਡ ਹੋਣਾ ਚਾਹੀਦਾ ਆ। ਮੇਰੇ ਕਹਿਣ ਦਾ ਭਾਵ ਆ ਕਿ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਗੁਰੂ ਸਾਹਿਬਾਨ ਨੇ ਦਿੱਤਾ ਸੀ, ਉਹਦੇ ਅਕੋਰਡਿੰਗਲੀ ਗੱਲ ਚੱਲਣੀ ਚਾਹੀਦੀ ਆ। ਧਰਮ ਦਾ ਕੁੰਡਾ ਸਿਆਸਤ ਤੇ ਹੋਣਾ ਚਾਹੀਦਾ, ਨਾ ਕਿ ਸਿਆਸਤ ਧਰਮ ਤੇ ਹਾਵੀ ਹੋਵੇ। ਅੱਜ ਕੀ ਹੈਗਾ ਆ, ਜਿਹੜਾ ਸਿਆਸੀ ਧਿਰ ਹੈਗੀ ਆ ਉਹ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਹਾਵੀ ਹੈਗੀ ਆ, ਤੇ ਜੋ ਉਹ ਚਾਹੁੰਦੀ ਆ ਉਹੀ ਹੁੰਦਾ। ਜਦੋਂ ਕਿ ਸਾਡਾ ਇਹ ਮੰਨਣਾ ਹੈਗਾ, ਸਾਡਾ ਇਤਿਹਾਸ ਇਹ ਗੱਲ ਕਹਿੰਦਾ ਹੈਗਾ, ਅਕਾਲੀ ਫੂਲਾ ਸਿੰਘ ਤੋਂ ਲੈ ਕੇ
ਕਿ ਸਾਡਾ ਜਿਹੜੇ ਧਾਰਮਿਕ ਸੰਸਥਾਵਾਂ ਆ ਉਹਨਾਂ ਦਾ ਉਹ ਮਾਰਗਦਰਸ਼ਨ ਰਹੀਆਂ ਨੇ ਸਿਆਸਤ ਦਾ, ਜੋ ਸਾਡੇ ਗੁਰੂ ਸਾਹਿਬਾਨ ਦੀ ਸਿੱਖਿਆ ਸੀ ਉਹਦੇ ਮੁਤਾਬਕ ਅਸੀਂ ਸਿਆਸਤ ਸਾਡੀ ਚੱਲਦੀ ਰਹੀ ਆ। ਸੋ ਕੁੱਲ ਮਿਲਾ ਕੇ ਜੇ ਮੈਂ ਕਹਾਂ ਕਿ ਇਹ ਬੜਾ ਜ਼ਰੂਰੀ ਹੈ ਕਿ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਹੈਗਾ ਉਹਦੇ ਸੰਕਲਪ ਨੂੰ ਸਮਝ ਕੇ ਤੇ ਧਰਮ ਦਾ ਜਿਹੜਾ ਕੁੰਡਾ ਹੈਗਾ ਆ, ਜਿਹੜਾ ਸਾਡਾ ਮੀਰੀ ਪੀਰੀ ਦੇ ਦੋ ਨਿਸ਼ਾਨ ਆ ਨਾ, ਇੱਕ ਨਿਸ਼ਾਨ ਥੋੜਾ ਉੱਚਾ ਹੁੰਦਾ ਤੁਸੀਂ ਦੇਖਿਓ, ਇੱਕ ਨੀ, ਉਹਦਾ ਮਤਲਬ ਇਹੀ ਆ ਕਿ ਸਾਡਾ ਜਿਹੜਾ ਧਰਮ ਦਾ ਜਿਹੜਾ ਕੁੰਡਾ ਹਮੇਸ਼ਾ ਸਿਆਸਤ ਤੇ ਰਹਿਣਾ ਚਾਹੀਦਾ। ਸੋ ਸਿਆਸੀ ਲੋਕਾਂ ਦਾ ਗਲਬਾ ਜਿਹੜਾ ਹੈਗਾ ਇਹਨਾਂ ਸੰਸਥਾਵਾਂ ਤੋਂ ਛਡਾਉਣ ਦੀ ਲੋੜ ਹੈਗੀ ਆ, ਤਾਂ ਜੋ ਨਿਸ਼ਕਾਮ ਸੇਵਾ ਕਰ ਸਕਣ ਤੇ ਸਿੱਖ ਕੌਮ ਦੀ ਅਗਵਾਈ ਕਰ ਸਕਣ, ਤੇ ਜਿਹੜੇ ਇਦਾਂ ਦੇ ਹਮਲੇ ਹੈਗੇ ਵਿਚਾਰਧਾਰਕ ਤੌਰ ਤੇ ਉਹਨਾਂ ਦਾ ਸਾਹਮਣਾ ਕਰ ਸਕਣ, ਮੁਕਾਬਲਾ ਕਰ ਸਕਣ। ਜਿੱਥੇ ਸਿੱਖ ਸੰਸਥਾਵਾਂ ਨੂੰ ਲੋੜ ਹੈ ਇਕੱਠੇ ਹੋਣ ਦੀ, ਇੱਕ ਨਿਸ਼ਾਨ ਹੇਠ ਇਕੱਠੇ ਹੋ ਕੇ ਪਖੰਡਵਾਦ ਦਾ ਵਿਰੋਧ ਕਰਨ ਦੀ, ਪਰ ਜਿਹੜਾ ਇਹਨਾਂ ਦੀ ਧੌਣ 'ਚ ਕਿੱਲਾ ਫਸਿਆ ਹੋਇਆ ਇੱਕ ਈਗੋ ਨੂੰ ਲੈ ਕੇ ਵੀ ਜੇ ਕੋਈ ਇਕੱਠਾ ਹੋਵੇ ਤੇ ਮੇਰੇ ਅਧੀਨ ਇਕੱਠਾ ਹੋਵੇ, ਵੀ ਮੈਂ ਇਹਨਾਂ ਦਾ ਜਥੇਦਾਰ ਬਣਾ। ਜਿੱਥੋਂ ਤੱਕ ਸਿਆਸਤ ਦੀ ਗੱਲ ਆ, ਸਿਆਸਤ ਨੇ ਜਿਹੜੀਆਂ ਧਾਰਮਿਕ ਸੋਚ ਜ਼ਮੀਰ ਪੱਖੋਂ ਇਹਨਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਆ। ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਜ਼ਰੂਰੀ ਸੰਸਥਾਵਾਂ ਨੂੰ ਨਾ ਦੇਖੀ ਜਾਓ, ਤੁਸੀਂ ਆਮ ਸਿੱਖ ਜਿਨ੍ਹਾਂ ਨੂੰ ਆਮ ਸਿੱਖ ਮੰਨਦੇ ਨੇ, ਘਰ ਘਰ ਦੇ ਵਿੱਚੋਂ ਸਾਨੂੰ ਇੱਕ ਲਹਿਰ ਉਠਾਉਣੀ ਪਏਗੀ ਇਹਨਾਂ ਦੇ ਵਿਰੁੱਧ, ਤਾਂ ਜਾ ਕੇ ਕੋਈ ਨਾ ਕੋਈ ਠੱਲ ਪਏਗੀ। ਜੇ ਆਪਾਂ ਹੱਥ ਤੇ ਹੱਥ ਧਰ ਕੇ ਬੈਠੇ ਰਹੇ, ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੀ ਗਿਣਤੀ ਜਿਹੜੀ ਆ ਪੰਜਾਬ ਦੇ ਵਿੱਚ ਨਾਮ ਮਾਤਰ ਜਿੰਨੀ ਰਹਿ ਜਾਏਗੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇੱਕ ਇੱਕ ਸਵਾਲ ਦਾ ਜਿਹੜਾ ਜਵਾਬ ਹੈ ਬੜੇ ਬਾਖੂਬੀ, ਬੜੇ ਧਿਆਨ ਦੇ ਨਾਲ ਤੇ ਬੜੇ ਸੂਝ ਬੂਝ ਦੇ ਨਾਲ ਦਿੱਤਾ ਆ, ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਇੰਨੀਆਂ ਕੁ ਬੇਨਤੀਆਂ ਸਾਡੀਆਂ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।